मैं अमरजोत सिंह बोल रहा इस वक्त मैं इंडिया आया हुआ ਤੇ ਤੁਹਾਨੂੰ ਪਤਾ ਕਿ ਪਿਛਲੇ ਹਫਤੇ ਹੀ ਜਿਹੜੀ ਹੁਣ ਕੈਨੇਡਾ ਦਾ ਕੁਝ ਹਲਚਲ ਹੋ ਗਈ ਹੈ ਸਟੂਡੈਂਟ ਵੀਜ਼ਾ ਦਾ ਜਿਹੜੇ ਰੂਲ ਚੇਂਜ ਹੋ ਗਏ ਪਹਿਲੀ ਗੱਲ ਤੇ ਪਤਾ ਕਰਦੇ ਹਾਂ ਕਿ ਪੰਜਾਬ ਦੇ ਕੀ ਹਾਲ ਹੈ ਇਸ ਵਕਤ ਸਟੱਡੀ ਵੀਜ਼ਾ ਦੇ ਬਾਰੇ ਕੀ ਮਾਹੌਲ ਹੈ ਸਟੂਡੈਂਟਾਂ ਦਾ ਫਿਰ ਦੂਸਰਾ ਇੱਕ ਕੋਈ ਕੇਸ ਹੈ ਜਿਹੜੇ ਇੱਕ ਨਾਰਮਲੀ ਰੁਝਾਨ ਲੋਕਾਂ ਦਾ ਹੁੰਦਾ ਹੈ ਕਿ ਜਾਓ ਜੀ ਕੈਨੇਡਾ ਵਿਜ਼ਟਰ ਵੀਜ਼ਾ ਨੂੰ ਕਨਵਰਟ ਕਰਾਓ LMIA ਕਰਾਓ ਤੇ ਵਰਕ ਪਰਮਿਟ ਲੈ ਕੇ ਆਪਣਾ PR ਦੀ ਕਰੋ ਉਹਦੇ ਬਾਰੇ ਇੱਕ ਕੇਸ ਹੈ ਉਹਦੇ ਬਾਰੇ ਵੀ ਡਿਸਕਸ ਕਰਦੇ ਹਾਂ ਕਿ ਵੀ ਇਹ ਆਈਡੀਅਲੀ ਹੁੰਦਾ ਹੈ ਜਾਂ ਕਿ ਕੋਈ ਗੜਬੜ ਵੀ ਹੋ ਸਕਦੀ ਹੈ ਤੇ ਲਾਈਨ ਤੇ ਜੁੜੇ ਹੋਏ ਆ ਹਰਵਿੰਦਰ ਸਿੰਘ ਜਿਹੜੇ ਲੁਧਿਆਣੇ ਤੋਂ ਜੁੜੇ ਹੋਏ ਮੇਰੇ ਨਾਲ ਤੇ ਉਹ ਫਿਰ ਸਾਨੂੰ ਕੋਈ ਅਪਡੇਟ ਦੇ ਰਹੇ ਹਰਵਿੰਦਰ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਕੀ ਹੈ ਕੇਸ ਦੇ ਬਾਰੇ ਦੱਸੋ ਕੌਣ ਸੀ ਇਹ ਕਿਸ ਤਰ੍ਹਾਂ ਐਪਲੀਕੈਂਟ ਹੈ ਇਹ ਵਿਜ਼ਟਰ ਵੀਜ਼ਾ ਲੈ ਕੇ ਗਏ ਉੱਥੋਂ ਕੈਨੇਡਾ ਪਹੁੰਚ ਕੇ ਕਿਸ ਤਰ੍ਹਾਂ ਹੋਇਆ ਦੱਸੋ ਕੁਝ। ਜੀ ਸਰ ਮੈਂ ਥੋੜਾ ਜਿਹਾ ਬਰੀਫਿੰਗ ਕਰੂੰਗਾ। ਇੱਕ ਮੇਲ ਐਪਲੀਕੈਂਟ ਜੁਲਾਈ 1 ਨੂੰ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਡਰਾਈਵਵਾਲ ਫਿਕਸੇਸ਼ਨ ਦਾ ਕੁਝ ਜੌਬ ਮਿਲ ਜਾਂਦੀ ਹੈ ਜਿਹੜੀ ਕਿ ਕੈਟਾਗਰੀ NOC C ਹੁੰਦੀ ਹੈ ਤੇ ਉਹ ਉਸ ਜੌਬ ਨੂੰ ਜੌਬ ਆਫਰ ਲੈ ਕੇ ਵਰਕ ਪਰਮਿਟ ਦੀ ਐਪਲੀਕੇਸ਼ਨ ਵਿੱਚ ਆਪਣਾ ਨਾਮ ਪਵਾ ਕੇ ਤੇ ਉਹ ਅੱਗੇ ਉਹਨੂੰ ਪਰਸਿਊ ਕਰ ਦਿੰਦੇ ਨੇ। ਪਰ ਉਸ ਬੰਦੇ ਦਾ ਜਿਹੜਾ ਉਹ ਜਿਨ੍ਹਾਂ ਨੇ ਵਿਜ਼ਟਰ ਵੀਜ਼ੇ ਤੇ ਉੱਤੇ ਟਰੈਵਲ ਕੀਤਾ ਸੀ ਉਹਨਾਂ ਦੀ ਹਿਸਟਰੀ ਜਿਹੜੀ ਇੰਡੀਆ ਵਿੱਚ ਬੈਕਗਰਾਉਂਡ ਸੀ that was NOC level A or B. He was a proprietor over here. ਉਹਨਾਂ ਦੀ ਕਰੀਬ 18 ਤੋਂ 20 ਲੱਖ ਰੁਪਏ ਦੀ ਜਿਹੜੀ ਸਾਲਾਨਾ ਇਨਕਮ ਵੀ ਸੀ ਐਂਡ ਜਿਸ ਬੇਸ ਤੇ ਉਹਨਾਂ ਨੂੰ ਵੀਜ਼ਾ ਮਿਲਿਆ ਸੀ ਉਹ ਤੇ ਉਹਨਾਂ ਦੀ ਜਿਹੜਾ ਉੱਥੇ ਜੌਬ ਆਫਰ ਮਿਲੀ ਸੀ they were both totally different. ਪ੍ਰੋਫਾਈਲ ਜਿਹੜਾ ਕਿ ਉਹਨਾਂ ਦਾ ਮੈਚ ਨਹੀਂ ਕਰਦਾ ਸੀ ਤੇ ਉਹਨਾਂ ਨੇ ਆਫਟਰ 3 ਮੰਥਸ ਜਿਹੜਾ 1 ਜੁਲਾਈ ਤੋਂ ਬਾਅਦ ਅਗਸਤ ਸਪਟੈਂਬਰ ਅਕਤੂਬਰ ਦੇ ਵਿੱਚ ਉਹਨਾਂ ਨੇ ਉੱਥੇ ਜਿਹੜਾ ਆਪਣਾ ਵਰਕ ਪਰਮਿਟ ਦੀ ਐਪਲੀਕੇਸ਼ਨ ਨੂੰ ਪਰਸਿਊ ਉੱਥੇ ਉਹਨਾਂ ਨੇ ਕਰਨਾ ਚਾਹਿਆ ਤੇ ਜਿਹਦੇ ਵਿੱਚ ਕਿ ਵੀਜ਼ਾ ਆਫੀਸਰ ਨੇ ਉਹਨਾਂ ਨੂੰ ਇੱਕ ਟਰਮ ਨਾਲ ਉਹਨਾਂ ਨੇ ਉਹਨੂੰ ਸੂਚਿਤ ਕੀਤਾ ਬਈ one day you are a cop and next day you are selling burgers ਤੇ ਇਸ ਆਧਾਰ ਦੇ ਉੱਤੇ ਉਹਨਾਂ ਨੂੰ ਵਰਕ ਪਰਮਿਟ ਦੀ ਜਿਹੜੀ ਹੈ ਡਿਨਾਇਲ ਦੇ ਦਿੱਤਾ ਗਿਆ ਤੇ ਇਹੀ ਨਹੀਂ ਵਰਕ ਪਰਮਿਟ ਦੇ ਡਿਨਾਇਲ ਤੋਂ ਬਾਅਦ ਹੀ ਨਹੀਂ ਆਈ ਹੈਵ ਹਿਸ ਪੇਪਰਸ ਇਨ ਮਾਈ ਹੈਂਡ ਉਹਨਾਂ ਨੂੰ ਇੱਕ ਲੈਟਰ ਵੀ ਇਸ਼ੂ ਕੀਤਾ ਗਿਆ ਟੂ whom it may concern by Canada Border Service Agency. You are allowed entry to Canada for further examination under Section 23 of the Immigration and Refugee Protection Act. And your appointment is scheduled for dated 1st of October 2023. The time was also mentioned there. It was 7:15 in the morning. ਜੀ ਤੇ ਫਿਰ ਉੱਥੇ ਉਹ ਆਪ ਜਾ ਕੇ ਪੇਸ਼ ਹੁੰਦੇ ਹਨ along with his ticket of the same day ਤੇ ਉਹਨਾਂ ਨੂੰ allowed to leave Canada ਦਾ ਜਿਹੜਾ ਲੈਟਰ ਜਿਹੜਾ ਹੈ ਇੱਕ ਡਿਊਲੀ ਸਾਈਨਡ ਲੈਟਰ ਆਪਣੇ ਉਸ ਐਪਲੀਕੈਂਟ ਵੱਲੋਂ ਵੀ ਔਰ ਉਹਨਾਂ ਵੱਲੋਂ ਵੀ ਜਿਹਦੇ ਵਿੱਚ ਕੀ ਲਿਖਿਆ ਜਾਂਦਾ ਹੈ ਕਿ I am allowing you to withdraw your application and to enter Canada and to leave without any delay. ਠੀਕ ਹੈ ਥੋੜਾ ਜਿਹਾ ਇੱਥੇ ਆਪਾਂ ਠਹਿਰਦੇ ਥੋੜਾ ਇਹਦੇ ਜਿਹੜੇ ਰਾਜ਼ ਥੋੜੇ ਖੋਲਣਾ ਸ਼ੁਰੂ ਕਰਦੇ ਹਾਂ ਪਹਿਲਾਂ ਤੇ ਕਲੀਅਰ ਕਰਦੇ ਹਾਂ। ਪਹਿਲੀ ਗੱਲ ਇਹ ਹੈ ਕਿ ਮੋਸਟਲੀ ਮੈਂ ਤੇ ਤੁਹਾਨੂੰ ਦੱਸ ਹੀ ਨਹੀਂ ਸਕਦਾ ਕਿ ਐਵਰੀ ਡੇ ਇਨ ਕੈਨੇਡਾ ਆਈ ਵੁੱਡ ਗੈਟ 1 or 2 calls from people who would say ਕਿ ਭਾਜੀ ਮੈਂ ਤੇ ਹੁਣ ਕੈਨੇਡਾ ਪਹੁੰਚ ਗਿਆ ਮੇਰੇ ਕੋਲ ਵਿਜ਼ਟਰ ਵੀਜ਼ਾ ਹੈ। ਮੈਂ ਕਿਹਾ ਅੱਛਾ ਠੀਕ ਹੈ ਤੇ ਵਿਜ਼ਟਰ ਵੀਜ਼ਾ ਤੇ ਮੇਰਾ ਲੱਗ ਗਿਆ ਤੇ ਮੈਨੂੰ ਹੁਣ ਜਿਹੜੇ ਮੇਰੇ ਘਰ ਦੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਉਹ ਕਹਿ ਰਹੇ ਸੀ ਕਿ ਵੀ ਤੁਸੀਂ ਕੀ ਕਰਨਾ ਜਾ ਕੇ ਹੁਣ ਇੱਥੇ ਵਰਕ ਪਰਮਿਟ ਲੈ ਲਓ। ਮੈਂ ਕਿਹਾ ਅੱਛਾ ਕਿੱਦਾਂ ਲਓਗੇ ਕਹਿੰਦਾ ਕਿ ਤੁਸੀਂ ਦੱਸੋ। ਮੈਂ ਕਿਹਾ ਮੇਰੇ ਕੋਲ ਤਾਂ ਜੌਬ ਹੈ ਨਹੀਂ। ਅੱਛਾ ਮੈਨੂੰ ਕੋਈ LMIA ਏਜੰਟ ਟੱਕਰ ਗਿਆ ਜਿਹੜਾ ਮੈਨੂੰ ਜੌਬ ਦੇ ਰਿਹਾ ਹੈ ਕੋਈ $40,000 ਕੋਈ $50,000 ਮੈਂ ਤੇ ਕਰੀਬ $70,000 ਵੀ ਸੁਣੀ ਹੈ ਡੀਲ ਕਰ ਰਿਹਾ ਕਿ ਤੁਹਾਨੂੰ ਜੌਬ ਦੇ ਦਿਆਂਗੇ ਤੁਹਾਨੂੰ ਦਿਖਾ ਦਿਆਂਗੇ ਫਲਾਨਾ ਬਲਾ ਤੇ ਉਹ ਕਰਕੇ ਤੁਸੀਂ ਫਿਰ ਜਾ ਕੇ ਵਰਕ ਪਰਮਿਟ ਲੈ ਲਓ। ਜਾਣਾ ਵੀ ਤੁਹਾਨੂੰ ਬਾਹਰ ਨਹੀਂ ਹੈ ਇੱਥੇ ਬਾਰਡਰ ਤੇ ਜਾਓ US ਕੈਨੇਡਾ ਦੇ ਬਾਰਡਰ ਤੇ ਘੁੰਮ ਕੇ ਉਹਨੂੰ ਕਹਿੰਦੇ ਫਲੈਗ ਪੋਲ ਇੱਥੋਂ ਨਿਕਲੋ ਤੇ ਉਧਰੋਂ ਐਂਟਰ ਕਰ ਜਾਓ ਤੇ ਤੁਹਾਨੂੰ
ਉਹ ਸਟੈਂਪ ਕਰਕੇ ਵਰਕ ਪਰਮਿਟ ਹੱਥ 'ਚ ਫੜਾ ਦੇਣਗੇ, ਬਸ ਬੱਲੇ ਬੱਲੇ ਫਿਰ ਤੇ ਕੋਈ ਕੰਮ ਸ਼ੁਰੂ ਕਰੋ। ਦਿਸ ਇਜ਼ ਦ ਨਾਰਮਲ ਫਾਰਮੂਲਾ, ਜਿਹੜਾ ਪੰਜਾਬੀ ਫਾਰਮੂਲਾ ਵਿਕਸ ਫਾਰਮੂਲਾ 44 ਦੇ ਦਿਮਾਗ 'ਚ ਫਿੱਟ ਹੈ ਪੰਜਾਬੀਆਂ ਦੇ, ਕਿ ਵੀ ਇਸ ਤਰ੍ਹਾਂ ਗੱਲ ਹੁੰਦੀ ਹੈ, ਕਈਆਂ ਨਾਲ ਹੋਈ ਹੈ, ਆਈ ਐਮ ਨਾਟ ਡਿਨਾਇੰਗ। ਪਰ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦੱਸਿਆ ਕਿ ਵੀ ਕਈ ਵਾਰ ਵਿੱਚ ਉੱਥੇ ਪੰਗਾ ਪੈ ਵੀ ਸਕਦਾ। ਦੇਖੋ, ਜਦ ਵੀ ਅਸੀਂ ਵੀ ਹੈਵ ਟੂ ਸਟਾਰਟ ਫਰੋਮ ਵਿਜ਼ਟਰ ਵੀਜ਼ਾ, ਜਦ ਉਹਨਾਂ ਨੇ ਇਹ ਬਿਜ਼ਨਸਮੈਨ ਹੈ, ਆਈ ਥਿੰਕ ਦੈਟਸ ਵਾਟ ਹੀ ਸੈਡ, ਹੀ ਇਜ਼ ਅ ਬਿਜ਼ਨਸਮੈਨ, ਤੇ ਯੈਸ ਇਹਨਾਂ ਯੈਸ ਦੀ 18-20 ਲੱਖ ਰੁਪਏ ਇਨਕਮ ਵੀ ਹੈ ਸਾਲ ਦੀ, ਸੋ ਦੈਟ ਮੀਨਸ ਹੀ ਮਸਟ ਬੀ ਅ ਸਕਸੈਸਫੁਲ ਬਿਜ਼ਨਸਮੈਨ, ਕਾਗਜ਼ ਵਧੀਆ ਹੋਣਗੇ ਇਹਨਾਂ ਦੇ। ਤੇ ਜਦ ਇਹਨਾਂ ਨੇ ਵਿਜ਼ਟਰ ਵੀਜ਼ਾ ਫਾਈਲ ਕੀਤਾ, ਦੈਟ ਮੀਨਸ ਕਿ ਉਹ ਸਾਰੀ ਇਨਕਮ ਤੇ ਆਪਣਾ ਐਕਸਪੀਰੀਅੰਸ ਸ਼ੋ ਕੀਤਾ ਹੋਣਾ ਸ਼ਾਇਦ, ਮੋਰ অর ਲੈਸ। ਡੈਫੀਨਿਟਲੀ। ਜਦ ਉਹ ਵਿਜ਼ਟਰ ਵੀਜ਼ਾ ਅਸੀਂ ਫਾਰਮ ਭਰਦੇ ਹਾਂ, ਤੇ ਵਿਜ਼ਟਰ ਵੀਜ਼ਾ ਦੈਟ ਮੀਨਸ ਕਿ ਉਹਨਾਂ ਦੇ ਕੰਪਿਊਟਰ ਵਿੱਚ ਆ ਗਿਆ ਕਿ ਵੀ ਇਸ ਬੰਦੇ ਦੀ ਇੱਕ ਆਹ ਪਰਸਨੈਲਿਟੀ ਹੈ, ਇਹਨਾਂ ਦੇ ਆਹ ਬਿਜ਼ਨਸ ਹੈ। ਤੁਸੀਂ ਇਹ ਦੇਖੋ ਕਿ ਅਗਰ ਕੱਲ ਨੂੰ ਜਦ ਉਹਨੂੰ ਕੋਈ ਡਰਾਈਵਲ ਆਪਰੇਟਰ ਹੁੰਦਾ ਕੀ ਹੈ, ਇਹ ਹੱਥੀਂ ਕੰਮ ਕਰਨ ਵਾਲਾ ਹੁੰਦਾ ਹੈ, ਜਿਹੜਾ ਤੁਸੀਂ ਆਪਣੇ ਇਹ ਮਤਲਬ ਇਸ ਸਕਿੱਲ ਮਜ਼ਦੂਰੀ, ਮੈਂ ਨਾਮ ਨਾਟ ਸੇਇੰਗ ਕਿ ਠੀਕ ਹੈ, ਲੇਬਰ ਹਾਲੇ ਇਟਸ ਅ ਮੋਰ অর ਲੈਸ ਲਾਈਕ ਅ ਡਿਗਨੀਫਾਈਡ ਲੇਬਰ ਕਲਾਸ, ਠੀਕ ਹੈ। ਸੋ ਇਹ ਜੌਬ ਤੁਸੀਂ ਕਰੋਗੇ, even though you get good salary, I mean salary could be around I'm just guessing maybe 20, 25 up to $30 an hour, ਪਰ it's a labor class job। ਜਦ ਤੁਸੀਂ labor class job ਦੀ, LMIA ਵਾਲੇ ਨੂੰ ਤਾਂ ਕੁਝ ਪਤਾ ਨਹੀਂ ਹੈ, LMIA ਵਾਲੇ ਤੇ ਸੌਦਾ ਕਰ ਰਹੇ ਹੈ ਕਿ ਵੀ ਉਹ ਬੰਦਾ ਬਿਜ਼ਨਸਮੈਨ ਹੈ, ਕੋਈ ਨਹੀਂ, ਆਪਾਂ ਤਾਂ ਉਹਨਾਂ ਨੂੰ ਇੰਨੇ ਪੈਸੇ ਲੈ ਕੇ ਕਰਤਾ ਜੀ, ਤੁਸੀਂ ਲਓ ਜੀ, ਲਿਆਓ। ਤੇ ਜਿਹੜਾ ਲੇਬਰ ਕਲਾਸ ਦਾ ਜੌਬ ਆਫਰ ਹੈ, ਜਦੋਂ ਇਮੀਗ੍ਰੇਸ਼ਨ ਇੰਸਪੈਕਟਰ ਕੋਲ ਸਾਹਮਣੇ ਪਹੁੰਚਦਾ ਹੈ, ਤੇ ਉਹ ਮਤਲਬ ਉਹ ਪਾਗਲ ਤੇ ਹੈ ਨਹੀਂ ਕਿ ਉਹ ਵਿਜ਼ਟਰ ਵੀਜ਼ਾ ਦੀ ਫਾਈਲ ਨੂੰ ਕੰਪੇਅਰ ਨਹੀਂ ਕਰੇਗਾ ਕਿ ਪਹਿਲਾ ਬੰਦਾ ਆਇਆ ਕਿੱਥੋਂ ਸੀ, ਇਹ ਕੀ ਲਿਖਿਆ ਉਹਨੇ, ਸਾਰਾ ਉਹ ਲਿਖਿਆ ਹੁੰਦਾ, ਉਧਰ ਲਿਖਿਆ ਜੀ ਬਿਜ਼ਨਸਮੈਨ ਹੈ, ਇੱਧਰ ਲਿਖਿਆ ਜੀ ਹੁਣ ਇਹ ਲੇਬਰ ਦੀ ਜੌਬ ਲੈ ਕੇ ਆ ਗਿਆ। ਔਨ ਦ ਸਪਾਟ ਦਿਮਾਗ 'ਚ ਉਹਦੇ ਇੱਕ ਨਾ ਇੱਕ ਫਿਰਕੀ ਘੁੰਮ ਜਾਂਦੀ ਹੈ ਕਿ ਵੀ ਇਹ ਬੰਦਾ ਕੁਛ ਨਾ ਕੁਛ ਗੇਮ ਖੇਡ ਰਿਹਾ ਹੈ। So that is how they will trap him and they will ask him questions ਕਿ ਵੀ ਚੱਕਰ ਕੀ ਹੈ। ਅੱਛਾ, ਦੂਸਰਾ ਇੱਕ ਪੰਜਾਬੀਆਂ ਦਾ ਇੱਕ ਪ੍ਰੋਫਾਈਲ ਵੀ ਹੈ, ਬੰਦਾ ਇੰਡੀਆ ਤੋਂ ਆਇਆ, ਪੰਜਾਬ ਦਾ ਪਾਸਪੋਰਟ ਹੈ, ਤੇ ਸ਼ੋ ਕੁਛ ਹੋਰ ਕਰ ਰਿਹਾ, ਕੁਛ ਹੋਰ ਮਤਲਬ ਕਰ ਰਿਹਾ। ਅੱਛਾ, ਇਹ ਜੌਬ ਕਿੱਦਾਂ ਮਿਲ ਗਈ? ਦੇਖੋ, ਇਹ ਵੀ ਚੱਕਰ ਨਾ, LMIA ਦੀ ਗੇਮ ਲੋਕਾਂ ਨੂੰ ਪਤਾ ਹੈ ਜ਼ਿਆਦਾ। ਇਹ ਜੌਬ ਤੁਹਾਨੂੰ ਮਿਲ ਕਿਸ ਤਰ੍ਹਾਂ ਗਈ? ਤੁਸੀਂ ਤੇ ਬਿਜ਼ਨਸਮੈਨ ਹੋ ਨਾ, ਤੁਸੀਂ ਕੋਈ ਡਰਾਈਵਰ ਦਾ ਕੋਈ ਤੁਹਾਡੇ ਕੋਈ ਟ੍ਰੇਨਿੰਗ ਲੈ ਕਰ ਆਏ ਹੋ, ਸਮਥਿੰਗ ਵਟਐਵਰ, ਕੁਝ ਤੇ ਹੈ ਨਹੀਂ ਹੈ। ਸੋ ਇਹ ਕਿਸ ਤਰ੍ਹਾਂ ਮਿਲ ਗਈ? ਇਹ ਕਈ ਵਾਰ ਗੇਮ ਨਾ ਫਿਰ ਪੁੱਠੀ ਪੈ ਜਾਂਦੀ ਹੈ ਕਿ ਬਈ ਇਹ ਸਾਰਾ ਗੇਮ ਕਰ ਰਹੇ, ਤੇ ਇਮੀਡੀਏਟਲੀ ਐਜ਼ ਹੈਪਨ ਇਨ ਦਿਸ ਕੇਸ, ਉਹਨਾਂ ਨੂੰ ਫਿਰ ਕਹਿੰਦੇ ਨੇ ਕਿ ਭਾਈ ਤੁਹਾਨੂੰ ਅਸੀਂ ਵਰਕ ਪਰਮਿਟ ਨਹੀਂ ਦਿਆਂਗੇ, ਸੋ ਤੁਸੀਂ ਹੁਣ ਐਂਟਰ ਤੇ ਕਰ ਰਹੇ ਹੋ ਕੈਨੇਡਾ, ਬਿਕੋਜ਼ ਹੀ ਇਜ਼ ਮੂਵਿੰਗ ਅਰਾਊਂਡ, ਉਹ ਇੱਕ ਗੇਟ ਤੋਂ ਨਿਕਲ ਕੇ ਦੂਸਰੇ ਗੇਟ ਤੋਂ ਜਦ ਐਂਟਰ ਕਰ ਰਹੇ, ਦੈਟ ਮੀਨਸ ਯੂ ਆਰ ਐਂਟਰਿੰਗ ਕੈਨੇਡਾ। ਆਈ ਵਿਲ ਗਿਵ ਯੂ ਪਰਮਿਸ਼ਨ ਟੂ ਐਂਟਰ ਕੈਨੇਡਾ, ਬਟ ਫਲਾਨੀ ਤਰੀਕ ਨੂੰ ਤੁਸੀਂ ਆਪਣਾ ਬੋਰੀ ਬਿਸਤਰ ਲੈ ਕੇ 에ਅਰਪੋਰਟ ਤੇ ਪਹੁੰਚੋ, ਉੱਥੇ ਦਿਖਾ ਕੇ ਆਪਣਾ ਟਿਕਟ ਲੈ ਕੇ ਬਾਹਰ ਨਿਕਲ ਜਾਓ, ਉਹ ਤੁਹਾਡੀ ਭਲਾਈ ਹੈ। So that what has happened. It has happened in many cases. ਪਰ ਉਹ ਗੱਲ ਇਹ ਕਿ ਬਈ ਆਪਣੇ ਬੰਦੇ ਨਾਲ ਕੋਈ ਸੁਣਦੇ ਨਹੀਂ, ਉਹ ਕਹਿੰਦੇ ਨਹੀਂ ਜੀ ਉਹਨਾਂ ਦੇ ਨਾਲ ਹੋ ਗਿਆ ਜੀ, ਜ਼ਰੂਰੀ ਨਹੀਂ ਹੈ ਮੇਰੇ ਨਾਲ ਹੋਏਗਾ। ਸੋ ਇਸ ਕਰਕੇ ਇਹ ਸਾਰੀ ਗੇਮ ਇਹ ਚੱਲ ਰਹੀ ਹੈ, ਅਨਫੋਰਚੂਨੇਟਲੀ ਇਹ ਚੱਲਦੀ ਰਹੇਗੀ। ਹੁਣ ਮੇਰਾ ਸਵਾਲ ਇਹ ਹੈ ਕਿ ਉਹ ਬੰਦਾ ਵਾਪਸ ਆ ਗਿਆ ਪੰਜਾਬ? ਜੀ ਉਹ ਵਾਪਸ ਆ ਗਏ ਨੇ, ਹਾਂਜੀ। ਹਾਲੀ ਵੀ ਦਿਮਾਗ 'ਚ ਉਹ ਫੁਰਨੇ ਲੈ ਕੇ ਬੈਠਾ ਹੈ ਕਿ ਮੈਂ ਦੁਬਾਰਾ ਜਾਣਾ, ਕੁਝ ਕਰਨਾ ਹੈ, ਕੀ ਕਰ ਰਿਹਾ ਹੁਣ? ਨਹੀਂ, ਐਟਲੀਸਟ ਉਹਦਾ ਜੋ ਮੇਨ ਰੀਜ਼ਨ ਸੀ ਇਸ ਚੀਜ਼ ਨੂੰ ਉਜਾਗਰ ਕਰਨ ਲਈ, ਉਹ ਸੀ ਆਪਣਾ ਇੱਕ ਤਾਂ ਅਵੇਅਰਨੈਸ, ਵੀ ਜਿਹੜੀ ਚੀਜ਼ ਉਹਦੇ ਨਾਲ ਹੋਈ ਹੈ, ਦੋ ਹੀ ਵਾਜ਼ ਐਜੂਕੇਟਿਡ ਗਾਏ। ਇੱਕ ਤਾਂ ਅਵੇਅਰਨੈਸ, ਵੀ ਐਜੂਕੇਟਿਡ ਜਿਹੜੇ ਬੰਦੇ ਨੇ ਉੱਥੇ ਜਾ ਕੇ ਡਰਾਈਵਵਾਲ ਜਾਂ NOC ਲੈਵਲ C ਕੋਈ ਵੀ ਘਟੀਆ ਕੰਮ ਜਿਹੜਾ ਨਾ ਕਰਨ, ਨੰਬਰ 1। ਨੰਬਰ 2, ਉਸ ਬੰਦੇ ਨੂੰ ਇਹ ਉਹਦੇ ਵਰਡਸ ਨੇ ਕਿ ਆਈ ਹੈਵ ਰੀਅਲਾਈਜ਼ਡ ਦ ਲਾਈਫ ਆਫ ਕੈਨੇਡਾ ਇਜ਼ ਮਚ ਮੋਰ ਟਫਰ ਦੈਨ ਇਨ ਇੰਡੀਆ। ਉਹਦਾ ਇਹ ਕਹਿਣਾ ਕਿ ਇੰਡੀਆ ਵਾਕਈ ਇੱਕ ਜੰਨਤ ਹੈ, ਇੰਡੀਆ ਵਾਕਈ ਇੱਕ ਸਵਰਗ ਹੈ। ਇੱਥੇ ਅਗਰ ਜੋ ਵੀ ਬੰਦਾ 50-60 ਹਜ਼ਾਰ ਰੁਪਏ ਵੀ ਅਗਰ ਮੰਥਲੀ ਕਮਾ ਰਿਹਾ, ਤਾਂ ਉਹਦੇ ਵਰਗੀ ਜਿਹੜੀ ਹੈ ਰੀਸ ਨਹੀਂ ਹੈ। ਜੀ। ਇਹਦੇ ਬਾਰੇ ਮੈਂ ਵੀ ਪਹਿਲਾਂ ਵੀ ਕਈ ਵਾਰ ਮੈਂ ਕਹਿ ਚੁੱਕਿਆ ਕਿ ਅਗਰ ਇੰਡੀਆ ਦੇ ਅੰਦਰ 50,000 ਤੁਸੀਂ ਕਹਿਣਾ ਕਿ ਚਲੋ 50,000 ਵੀ ਠੀਕ, ਇਸ ਓਕੇ, ਰੀਜ਼ਨੇਬਲ ਹੈ, ਲੇਕਿਨ ਮੈਂ ਤਾਂ ਕਹਿੰਦਾ ਕਿ ਅਗਰ ਤੁਸੀਂ ਇੱਕ ਛੋਟੇ ਸ਼ਹਿਰ ਤੋਂ ਆ ਰਹੇ ਹੋ, ਅਗਰ 50,000 ਤੋਂ ਵੀ ਘੱਟ ਤੁਹਾਡੀ ਅਗਰ ਇਨਕਮ ਹੈ, ਆਪਣਾ ਮਕਾਨ ਹੈ, ਪ੍ਰੋਬਲਮ ਇਸ ਆਪਣਾ ਮਕਾਨ ਹੈ, ਤੁਹਾਡੀ ਅਗਰ 30-35 ਹਜ਼ਾਰ ਰੁਪਏ ਵੀ ਅਗਰ ਤੁਹਾਡੀ ਇਨਕਮ ਅਗਰ ਚੱਲ ਰਹੀ ਹੈ, ਇੱਕ ਸਟੇਬਲ ਇਨਕਮ ਆ ਰਹੀ ਹੈ, ਇਨ ਇੰਡੀਆ ਯੂ ਆਰ ਦ ਕਿੰਗ। ਤੁਸੀਂ ਆਪਣੀ ਦੁਕਾਨ ਚਲਾਓ ਜਾਂ ਕੁਝ ਵੀ ਕਰੋ, ਆਪਣੇ ਘਰ ਬੈਠ ਕੇ ਆਪਣੇ ਰਿਸ਼ਤੇਦਾਰਾਂ ਨਾਲ ਤੁਸੀਂ ਹੱਸ ਖੇਡ ਰਹੇ ਹੋ, ਤੁਸੀਂ ਇੰਜੋਏ ਕਰ ਰਹੇ ਹੋ।
ਬਿਲਕੁਲ ਸਰ, you are king ਉੱਥੇ ਜਾ ਕੇ ਅੱਛਾ suppose let's compare this scenario with this LMI also ਚਲੋ ਮੰਨ ਲਿਆ ਕਿ ਅਗਰ ਇਹ ਬੰਦਾ ਜਿਹੜਾ ਨਾ ਪੋਰਟ ਆਫ ਐਂਟਰੀ ਤੋਂ ਐਂਟਰ ਕਰਕੇ ਅਗਰ ਬਾਈ ਚਾਂਸ ਇਹਨੂੰ ਵਰਕ ਪਰਮਿਟ ਮਿਲ ਵੀ ਗਿਆ ਹੁੰਦਾ ਅਗਰ ਜਸਟ ਇਨ 100 ਕੇਸਿਸ ਫਿਰ ਹੋਣਾ ਕੀ ਸੀ ਜਿਸ ਇੰਪਲੋਇਰ ਨੇ ਉਸ ਵਿਚੋਲੀਏ ਨਾਲ ਇਹ ਡੀਲਿੰਗ ਕੀਤੀ ਹੈ ਕਿ ਮੈਨੂੰ $50,000 ਦੇ ਦਿਓ $40,000 ਦੇ ਦਿਓ ਉਹਨਾਂ ਨੇ ਪਹਿਲੀ ਗੱਲ ਤੇ ਉਹ ਵਿੱਚ ਨਾ ਪੈਸੇ ਵੰਡੇ ਹੁੰਦੇ ਆ ਮਤਲਬ ਕਿ ਹੋ ਸਕਦਾ ਕਿ 10,000 ਏਜੰਟ ਨੂੰ ਗਏ ਹੋ ਸਕਦਾ ਹੈ ਕਿ 15,000 ਲਾਇਰ ਨੂੰ ਗਏ ਬਾਕੀ ਇੰਪਲੋਇਰ ਨੂੰ ਗਏ ਉਹ ਵਿੱਚ ਖਾ ਕੇ ਆਪਣੇ ਸਾਰੇ ਉਹ ਮਤਲਬ ਇੱਧਰ ਉੱਧਰ ਪਾਸੇ ਹੋ ਜਾਣਗੇ ਫਿਰ ਜਿਹੜਾ ਮਾਲਿਕ ਹੈ ਮਾਲਿਕ ਦੀ 99.9% ਇੱਕ ਪਰਸੈਪਸ਼ਨ ਇਹ ਹੁੰਦੀ ਹੈ ਕਿ ਬਈ ਤੂੰ ਤੇ ਬਿਜ਼ਨਸਮੈਨ ਹੈ ਤੈਨੂੰ ਕੀ ਪਤਾ ਡਰਾਈਵਲ ਕੀ ਹੁੰਦਾ ਪਹਿਲਾਂ ਤੂੰ ਜਾ ਕੇ ਡਰਾਈਵਲ ਨੂੰ ਸਿੱਖ ਕਰ ਆ ਪਹਿਲਾਂ ਠੀਕ ਹੈ ਈਵਨ ਮਜ਼ਦੂਰੀ ਵੀ ਕਰਨੀ ਹੈ ਮਜ਼ਦੂਰੀ ਦੀ ਪ੍ਰੈਕਟਿਸ ਕਰੇਗਾ ਕਿਉਂਕਿ ਇੱਥੇ ਘਰ ਦਾ ਕੰਸਟਰਕਸ਼ਨ ਦਾ ਕੰਮ ਹੈ ਇਹ ਨਹੀਂ ਕਿ ਵੀ ਕਿਸੇ ਨੂੰ ਅਨਸਕਿਲ ਬੰਦੇ ਨੂੰ ਅਨਐਕਸਪੀਰੀਅੰਸ ਬੰਦੇ ਤੋਂ ਲਾ ਦੇਣਗੇ ਠੀਕ ਹੈ ਪ੍ਰੋਬਲਮ ਹੋ ਸਕਦੀ ਹੈ ਬਿਲਕੁਲ ਦੂਸਰਾ ਇਹ ਕਿ ਵੀ ਅਗਰ ਤੇ ਤੁਹਾਡੇ ਕੋਲ ਅਗਰ ਸਕਿੱਲ ਨਹੀਂ ਹੈ ਇਫ ਯੂ ਆਰ ਅ ਬਿਜ਼ਨਸਮੈਨ ਕਮਿੰਗ ਫਰਮ ਇੰਡੀਆ ਤੁਹਾਡੇ ਕੋਲ ਸਕਿੱਲ ਨਹੀਂ ਹੈ ਤੇ ਤੁਹਾਨੂੰ ਕੰਮ ਨਹੀਂ ਮਿਲੇਗਾ ਮਤਲਬ ਤੁਹਾਨੂੰ ਘੰਟੇ ਨਹੀਂ ਮਿਲਣਗੇ ਘੰਟੇ ਮਤਲਬ ਕਿ 40 ਘੰਟੇ ਹੁੰਦਾ ਹੈ ਪਰ ਵੀਕ ਦਾ ਤੁਹਾਨੂੰ ਉਹਨਾਂ ਨੇ ਘੰਟੇ ਨਹੀਂ ਦੇਣੇ ਤੁਹਾਨੂੰ ਉਹਨਾਂ ਨੇ ਕਹਿਣਾ ਕਿ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ ਤੁਹਾਨੂੰ ਵਰਕ ਪਰਮਿਟ ਮਿਲ ਗਿਆ ਪੈਸੇ ਮੇਰੇ ਆ ਗਏ ਓਕੇ ਗੋ ਬੈਕ ਐਂਡ ਸਿਟ ਇਨ ਯਰ ਹੋਮ ਐਂਡ ਡੂ ਵਟਐਵਰ ਯੂ ਵਾਂਟ ਤੁਹਾਨੂੰ ਵਰਕ ਪਰਮਿਟ ਮਿਲ ਗਿਆ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਥੋੜਾ ਜਿਹਾ ਇਹਦੇ ਚ ਇਲੈਬੋਰੇਟ ਹੋਰ ਕਰੂੰਗਾ this guy was working almost 20 hours a week not more than 20 hours a week ਜਿਹਦੇ ਵਿੱਚ ਕਿ ਜੋ ਉਹ ਆਪਣੀ ਸੈਲਰੀ ਲੈਂਦਾ ਸੀ ਉਹਦੇ ਵਿੱਚੋਂ $700 ਉਹਦਾ ਜਿਹੜਾ ਸੀ ਮੰਥਲੀ ਰੈਂਟ ਸੀ ਉਹਦੀ ਬੇਸਮੈਂਟ ਦਾ he was living alone ਤੇ I'm talking about this particular scenario only ਤੇ ਕੁਝ ਉਹਦੇ ਗ੍ਰੋਸਰੀ ਦਾ ਖਰਚ ਸੀ ਐਂਡ ਰੈਸਟ ਆਫ ਦਾ ਥਿੰਗਸ ਜਿਹੜੀਆਂ ਜੋ ਵੀ ਉਹਨੂੰ ਡਾਲਰ ਦੇ ਵਿੱਚ ਸੈਲਰੀ ਮਿਲਦੀ ਸੀ ਉਹਦੇ ਵਿੱਚੋਂ $5 he needs to contribute it to the employer ਕਿਉਂਕਿ employer ਨੇ ਜ਼ਿਆਦਾ ਪੈਸੇ ਦੇ ਕੇ ਤੇ ਆਪਣੀ ਟੈਕਸੇਸ਼ਨ ਨੂੰ ਵੀ ਕੰਟਰੋਲ ਕਰਨਾ ਸੀ ਇਸ ਕਰਕੇ ਜੋ ਵੀ ਕਮਾਉਂਦਾ ਸੀ it was there only ਐਂਡ ਜਿਹੜੀ ਡੀਲ ਹੋਈ ਸੀ ਮੇਬੀ it was around 35,000 Canadian dollars ਦੀ ਡੀਲ ਹੋਈ ਸੀ the moment he calculated everything in his 2 months journey of Canada ਤੇ ਮੈਂ ਉਹਨੂੰ ਇਹ ਸਵਾਲ ਪੁੱਛਿਆ ਮੈਂ ਕਿਹਾ how you are going to calculate the $35,000 and ਉਹਦਾ ਬ੍ਰੇਕ ਇਵਨ ਕਦੋਂ ਕਰੋਗੇ ਤੁਸੀਂ ਤੇ ਹੀ ਵਾਸ clueless and answerless ਉਹ ਕਹਿੰਦਾ ਸੀ ਮੈਨੂੰ ਨਹੀਂ ਲੱਗਦਾ ਮੇਰੇ ਸ਼ਾਇਦ ਕਦੇ ਸਾਰੀ ਉਮਰ ਵੀ ਪੈਸੇ ਪੂਰੇ ਹੋ ਪਾਣਗੇ ਇੱਥੇ ਸੋ ਦੇਖੋ ਦੋ ਤਿੰਨ ਸਿਸਟਮ ਦੇ ਜਿਹੜੇ ਨਾ ਲੂਪ ਹੋਲ ਦੇਖੋ 2-3 ਸਿਸਟਮ ਦੇ ਲੂਪ ਹੋਲ ਹੈ ਉਹ ਮੈਂ ਕਲੀਅਰ ਕਰਦੇ ਆ ਕਿ ਹੋ ਕੀ ਰਿਹਾ ਹੈ ਇਹਦੇ ਬਾਰੇ ਮੈਂ ਐਕਚੁਅਲੀ ਅੱਜ ਤੋਂ 8-10 ਸਾਲ ਪਹਿਲਾਂ ਵੀ ਵੀਡੀਓ ਬਣਾਈ ਸੀ ਲੇਕਿਨ ਬਈ ਲੋਕੀ ਕਹਿੰਦੇ ਇਹ ਤੇ ਬੰਦਾ ਬੋਲਦਾ ਹੀ ਰਹਿੰਦਾ ਆਪਾਂ ਤਾਂ ਕਰਨਾ ਜੋ ਕਰਨਾ ਉਹ ਹੀ ਕਰਾਂਗੇ ਦੇਖੋ LMIA ਦਾ ਜਿਹੜਾ ਪ੍ਰੋਸੈਸ ਹੈ ਨਾ LMIA ਦਾ ਪ੍ਰੋਸੈਸ ਇਮੀਗ੍ਰੇਸ਼ਨ ਨਾਲ ਕਨੈਕਟਡ ਨਹੀਂ ਹੈ LMIA ਦਾ ਪ੍ਰੋਸੈਸ ਹੁੰਦਾ ਸਰਵਿਸ ਕੈਨੇਡਾ ਨਾਲ ਵਿਚ ਇਜ਼ ਅ ਡਿਫਰੈਂਟ ਏਜੰਸੀ ਜਿਸ ਤਰ੍ਹਾਂ ਕਿ ਮਿਨਿਸਟਰੀ ਆਫ ਲੇਬਰ ਹੁੰਦਾ ਸਾਡਾ ਤੇ ਉਹ ਫਿਰ ਉੱਥੇ ਸ਼ੋ ਕਰਦੇ ਕਿ ਵੀ ਇੱਥੇ ਸ਼ਾਰਟੇਜ ਹੈ ਡਰਾਈਵਵਾਲ ਦੀ ਕੰਸਟਰਕਸ਼ਨ ਸਟਾਫ ਦੀ ਅੱਜਕੱਲ ਸ਼ਾਰਟੇਜ ਹੈ ਹੀ ਹੈ ਸੋ it is very easy to prove कि भाई शॉर्टेज है अच्छा शॉर्टेज एक बार प्रूव हो गई एक बार अगर 2 एम्प्लॉइज सैंक्शन हो गए या 3 एम्प्लॉइज सैंक्शन हो गए ਉਹਦੇ ਵਿੱਚ ਹੁਣ ਮਾਲਿਕ ਦੀ ਮਰਜ਼ੀ ਹੈ ਇਮੀਗ੍ਰੇਸ਼ਨ ਕੰਸਲਟੈਂਟ ਦੀ ਜਿਹੜੀ ਤਾਂਦਰੀ ਹੈ ਕਿ ਜਿਹਦਾ ਮਰਜ਼ੀ ਨਾਮ ਐਡ ਕਰ ਦਿਓ ਤੁਹਾਡਾ ਨਾਮ ਤੁਸੀਂ ਪੈਸੇ ਦੋਗੇ ਤੁਹਾਡਾ ਨਾਮ ਕਰ ਦੇਵਾਂਗੇ ਜੇ ਕੋਈ ਜੇ ਕਹੋਗੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਦਾ ਕਰਨਾ ਤਾਂ ਉਹਦਾ ਕਰ ਦੇਵਾਂਗੇ ਜਿਹਦਾ ਮਰਜ਼ੀ ਨਾਮ ਹੈ ਕਰਨਾ ਕਰ ਦੇਵਾਂਗੇ तो जो पैसे देगा ਉਹਦਾ ਨਾਮ ਐਂਟਰ ਕਰ ਦੇਾਂਗੇ ਤੇ ਉਹਨੇ ਵਰਕ ਪਰਮਿਟ ਲੈ ਕੇ ਆਪਣਾ ਉਹ ਆਪਣੇ ਇਧਰ ਉਧਰ ਕਰੇਗਾ ਅੱਛਾ ਅਲਟੀਮੇਟਲੀ ਵਰਕ ਪਰਮਿਟ ਲੈ ਕੇ ਉਹਨਾਂ ਨੇ ਕਰਨਾ ਕੀ ਹੈ ਉਹਨਾਂ ਨੇ ਡਰਾਈਵਰ ਦਾ ਕੰਮ ਨਹੀਂ ਕਰਨਾ ਉਹਨਾਂ ਨੇ ਵਰਕ ਪਰਮਿਟ ਲੈ ਕੇ ਕੰਮ ਆਪਣਾ ਕੁਝ ਹੋਰ ਕਰਨਾ ਕੈਸ਼ ਕੰਮ ਕਰਨਾ ਜੀ ਉਹ ਵੀ ਕੰਮ ਇਲੀਗਲ ਹੋ ਰਿਹਾ ਹੈ ਇੱਕ ਤੇ ਵਰਕ ਪਰਮਿਟ ਦੀ ਡਿਫਰਾਡ ਕਰਕੇ ਲਿਆ ਹੋਇਆ ਹੈ ਤੇ ਦੂਸਰਾ ਜਿਹੜਾ ਕੰਮ ਕਰਨਾ ਹੈ ਉਹ ਵੀ ਇਲੀਗਲ ਲਿਆ ਹੋਇਆ ਹੈ ਅੱਛਾ ਤੀਸਰਾ ਤਨਖਾਹ ਵੀ ਨਹੀਂ ਕੁਝ ਮਿਲਣੀ ਉਹ ਪੈਸੇ ਵੀ ਸਾਰੇ ਉਹ ਮਾਲਿਕ ਡਕਾਰ ਗਏ ਸਾਰੇ वो टैक्स पे करना सारा आफ्टर 2 years let us assume कि आफ्टर 2 years जब टाइम आएगा कि भाजी हुन ते 2 साल हो गए मेरा हुन प्रोविंशियल नॉमिनी कर दो या एक्सप्रेस एंट्री कर दो फिर मालिक ने कहना मैनू कुछ दे के जा भाई बिल्कुल एक खर्चा 35,000 तो नहीं $1 लाख तक पहुंचेगा हाँ और this is the blackmailing right now going on in Canada और ये बड़े large scale ਦੀ ਹੋ ਰਹੀ ਹੈ it is not only one case ਇਹ ਕੇਸ ਤਾਂ ਚਲੋ ਮੈਂ ਉਜਾਗਰ ਕਰ ਰਿਹਾ ਇਸ ਕਰਕੇ ਆਪਾਂ ਨੂੰ ਪਤਾ ਲੱਗ ਰਿਹਾ ਅਦਰਵਾਈਜ਼ ਐਵਰੀ ਡੇ these type of cases are happening there every day ਜੀ
ਸੋ ਸਾਰੇ ਲੋਕਾਂ ਨੂੰ ਬੇਨਤੀ ਹੈ, ਸਾਧ ਸੰਗਤ ਨੂੰ ਬੇਨਤੀ ਹੈ ਕਿ ਭਾਈ ਇਹ ਪ੍ਰਵਚਨ ਨੂੰ ਸੁਣ ਲਓ, ਧਿਆਨ ਕਰ ਲਓ, ਆਪਣੇ ਪੈਸੇ ਨੂੰ ਬਚਾ ਲਓ। ਬਾਕੀ ਜਾਓ, ਤੁਹਾਡੀ ਮਰਜ਼ੀ ਹੈ, ਦਿਮਾਗ 'ਚ ਕੀੜਾ ਹੈ, ਅਗਰ ਜਾਣਾ ਹੈ ਕੈਨੇਡਾ ਜਾ ਕੇ ਘੁੰਮ ਫਿਰ ਕੇ ਆਓ, ਆਪਣੇ 5-10 ਲੱਖ ਰੁਪਏ ਖਰਚ ਕਰ ਦਿਓ, ਤੁਹਾਡੀ ਮਰਜ਼ੀ ਹੈ, ਤੁਹਾਡੇ ਕੋਲ ਪੈਸਾ ਵਾਧੂ ਹੈ ਕਰ ਦਿਓ, ਪਰ ਇਹਦੇ ਨਾਲ ਕੁਛ ਹੋਣਾ ਨਹੀਂ ਹੈ। ਦਿਸ ਇਜ਼ ਜਸਟ ਬੋਗਸ ਸਕੀਮਾਂ ਹੈ, ਕੁਛ ਇਹਦੇ ਵਿੱਚ ਨਹੀਂ ਹੈ। ਚਲੋ, ਤੁਸੀਂ ਹੁਣ ਮੈਨੂੰ ਦੱਸੋ ਕਿ ਪੰਜਾਬ ਵਿੱਚ ਅੱਜ ਕੱਲ੍ਹ ਕੀ ਚੱਲ ਰਿਹਾ? ਜਿਹੜਾ ਸਟੂਡੈਂਟਾਂ ਦਾ ਜੋ ਖੇਡ ਜਿਹੜੀ ਗੇਮ ਖਤਮ ਹੋ ਗਈ ਹੈ, ਜਿਹੜੀ ਕਾਲਜ ਵਾਲੀ, ਉਹਦੇ ਬਾਰੇ ਸਟੂਡੈਂਟ ਬਾਰੇ ਕੀ ਸੋਚ ਰਹੇ ਆ ਅੱਜ ਕੱਲ੍ਹ? ਸਰ ਕੁਝ ਅੱਛੇ ਚੇਂਜਸ ਵੀ ਹੋਏ ਨੇ ਪੰਜਾਬ ਦੇ ਵਿੱਚ ਇਸ ਗੇਮ ਓਵਰ ਹੋਣ ਦੇ ਨਾਲ। ਜਿਹੜੇ +2 ਵਾਲੀ ਕੁੜੀਆਂ ਜਿਹੜੀਆਂ ਮੈਰਿਜ ਹੋ ਜਾਂਦੀ ਸੀ, ਨਾਲ ਹੀ ਆਈਲੈਟਸ ਵਿੱਚੋਂ 6 ਬੈਂਡ ਆਏ ਔਰ ਨਾਲ ਹੀ ਸ਼ੀ ਇਜ਼ ਗੋਇੰਗ ਟੂ ਗੈਟ ਮੈਰਿਡ ਟੂ ਸਮ ਗਾਏ ਹੂ ਇਜ਼ ਨਾਟ ਈਵਨ ਐਜੂਕੇਟਿਡ, ਤੇ ਜਿਨ੍ਹਾਂ ਕਰਕੇ ਉੱਥੇ ਸਕੇਅਰਸਿਟੀ ਹੈ, ਜਿਨ੍ਹਾਂ ਕਰਕੇ ਉੱਥੇ ਬਹੁਤ ਜ਼ਿਆਦਾ ਦੰਗਾ ਫਸਾਦ ਹੈ ਕੈਨੇਡਾ ਦੇ ਵਿੱਚ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਬਹੁਤ ਹੀ ਠੱਲ ਪੈ ਜਾਏਗੀ ਬੜੇ ਈਜ਼ੀਲੀ। ਇੱਕ ਤਾਂ ਬੱਚੇ ਨੂੰ ਜਿਹੜਾ 12ਵੀਂ ਦੇ ਬੱਚੇ ਨੂੰ ਥੋੜਾ ਜਿਹਾ ਗਰੋਥ ਹੋ ਜਾਏਗੀ। ਇਨ ਨੈਕਸਟ 3 years she or he is going to get a graduation degree from here। ਔਰ ਬਿਲੀਵ 18 ਸਾਲ ਦੀ ਉਮਰ ਬਹੁਤ ਥੋੜੀ ਹੁੰਦੀ ਹੈ ਇੱਕ ਬੱਚੇ ਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਕੈਨੇਡਾ ਵਰਗੇ ਮੁਲਕ ਵਿੱਚ ਜਾ ਕੇ ਕੰਮ ਕਰਕੇ ਰੋਟੀ ਰੋਜ਼ੀ ਕਮਾਉਣ ਦੇ ਲਈ। ਇਹਦੇ ਉੱਤੇ ਬੱਚੇ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਹੁੰਦਾ ਸੀ, ਹੁਣ ਜਿਹੜਾ ਪ੍ਰੈਸ਼ਰ ਰਿਲੀਜ਼ ਹੋ ਜਾਏਗਾ। ਐਟਲੀਸਟ ਹੀ ਔਰ ਸ਼ੀ ਇਜ਼ ਗੋਇੰਗ ਟੂ ਥਿੰਕ ਫਰੋਮ देयर ਮਾਈਂਡ, ਥਿੰਕ ਫਰੋਮ देयर ਬ੍ਰੇਨ, ਵੀ ਅਸੀਂ ਉੱਥੇ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ। ਅਦਰਵਾਈਜ਼ ਕੀ ਹੁੰਦਾ ਸੀ, ਇੱਥੇ ਬੱਚੇ ਨੇ 12ਵੀਂ ਕੀਤੀ ਕਿਸੇ ਹੋਰ ਸਟਰੀਮ ਦੇ ਵਿੱਚ, ਉਹਨੂੰ ਕੋਈ ਹੋਰ ਸਟਰੀਮ ਦੇ ਕੇ ਉੱਥੇ ਭੇਜ ਦੇਣਾ। ਦ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਮੇਰੇ ਵਰਗੇ ਨੇ ਉਹਨਾਂ ਨੂੰ ਸਿਰਫ ਇਹ ਟਾਰਗੇਟ ਹੁੰਦਾ ਸੀ ਕਿ ਲੈਟ ਅਸ ਅਰਨ ਮਨੀ ਫਰੋਮ them, ਦੈਟਸ ਇਟ, ਹੋਰ ਕੁਝ ਨਹੀਂ ਇਹਦਾ ਟਾਰਗੇਟ ਸੀ। ਹੁਣ ਬੱਚੇ ਜਿਹੜੇ ਦਾਖਲਾ ਲੈਣਾ ਸ਼ੁਰੂ ਕਰ ਦੇਣਗੇ ਇੱਥੇ ਗ੍ਰੈਜੂਏਸ਼ਨ ਦੇ ਵਿੱਚ, ਐਂਡ ਉਹ ਜਿਹੜੇ ਚਾਈਲਡ ਮੈਰਿਜ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ 18 ਸਾਲ ਵਾਲੀ ਉਮਰ 'ਚ ਜਿਹੜੀ ਮੈਰਿਜ ਹੋ ਜਾਂਦੀ ਸੀ, ਉਹ ਰੁਕ ਜਾਏਗੀ। ਔਰ ਨਕਲੀ ਲਾਵਾਂ ਫੇਰੇ ਜਿਹੜੇ ਰੁਕ ਜਾਣਗੇ। ਲਾਲਚ ਦਾ ਜਿਹੜਾ ਧੰਦਾ ਹੈ ਸ਼ਾਇਦ ਕਿਧਰੇ ਬੰਦ ਹੋ ਜਾਵੇ, ਬਿਕੋਜ਼ ਉਸ ਬੱਚੇ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਯੈਸ ਔਰ ਨੋ, ਚੰਗੇ ਤੇ ਮਾੜੇ ਦਾ ਜਿਹੜਾ ਪਤਾ ਲੱਗ ਜਾਏਗਾ ਵੀ ਵਾਟ ਆਰ ਦ ਗੁੱਡ ਥਿੰਗਸ ਫॉर ਹਿਮ ਔਰ ਹਰ। ਬਾਕੀ ਸਿਨੈਰੀਓ ਸਰ ਕੈਨੇਡਾ ਵਿੱਚ ਵੀ ਬੜਾ ਸਾਰਾ ਚੇਂਜ ਹੋ ਜਾਏਗਾ। ਐਂਡ ਆਈ ਹੋਪ ਕਿ ਕਿਤੇ ਨਾ ਕਿਤੇ ਇਹ ਜਿਹੜੀ ਠੱਲ ਪਈ ਹੈ ਇਹ ਬਹੁਤ ਅੱਛੇ ਲਈ ਹੋਈ ਹੈ। ਬਾਕੀ ਇਮੀਗ੍ਰੇਸ਼ਨ ਏਜੰਟਸ ਦੇ ਲਈ ਜਿਹੜੀ ਦੁਕਾਨਦਾਰੀ ਹੈ ਉਹ ਥੋੜੀ ਜੀ ਮੰਦੀ ਜ਼ਰੂਰ ਹੋ ਜਾਏਗੀ। ਐਂਡ ਜਿਸ ਤਰੀਕੇ ਨਾਲ ਆਪਾਂ ਨੂੰ ਪਤਾ ਹੈ ਇੰਗਲੈਂਡ ਔਰ ਆਸਟ੍ਰੇਲੀਆ ਨੇ ਵੀ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਹੈ ਔਨ ਸਟੂਡੈਂਟ ਵੀਜ਼ਾਸ, ਤੇ ਦ ਥਰਡ ਕੰਟਰੀ ਜਿਹੜਾ ਹੈ ਉਭਰ ਕੇ ਲਾਸਟ ਵਿੱਚ ਆਇਆ ਹੈ, ਲਾਸਟ ਬਟ ਨਾਟ ਦ ਲੀਸਟ, ਜਿਹੜਾ ਉਹ ਕੈਨੇਡਾ ਹੈ। ਇਸ ਕਰਕੇ ਆਪਾਂ ਸੋਚ ਸਕਦੇ ਹਾਂ ਕਿ ਇਮੀਗ੍ਰੇਸ਼ਨ ਵਿਲ ਬੀ ਸਲੋ ਨਾਓ, ਇਮੀਗ੍ਰੇਸ਼ਨ ਬਿਜ਼ਨਸ ਜਿਹੜਾ ਥੋੜਾ ਜਿਹਾ ਸਲੋ ਡਾਊਨ ਹੋ ਜਾਏਗਾ ਹੁਣ। ਮੈਨੂੰ ਇੱਕ ਕਲੀਅਰ ਚੀਜ਼ ਲੱਗਦੀ ਹੈ ਕਿ ਇੱਕ ਸਭ ਤੋਂ ਵੱਡਾ ਫਾਇਦਾ ਹੈ ਕਿ ਜਿਹੜੇ ਪੰਜਾਬ ਦੇ ਕਾਲਜ ਹੈ ਜਿਨ੍ਹਾਂ ਦੀ ਕਲਾਸਾਂ ਖਾਲੀ ਪਈਆਂ, ਉੱਥੇ ਸਟੂਡੈਂਟ ਪੜ੍ਹਨਾ ਸ਼ੁਰੂ ਹੋਏਗਾ, ਕੋਈ ਨਾ ਕੋਈ ਸਟੂਡੈਂਟ ਆਏਗਾ ਬਿਲਕੁਲ ਸ਼ਾਇਦ। ਸਰ, ਇਹ 100% ਵਾਲੀ ਗੱਲ ਹੈ। ਇਹ ਪੰਜਾਬ ਦੇ ਜਿੰਨੇ ਵੀ ਕਾਲਜਸ ਨੇ, ਲੁਧਿਆਣਾ, ਜਲੰਧਰ ਐਂਡ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਚਲੋ ਐਲਪੀਯੂ ਦੇ ਵਿੱਚ ਤਾਂ ਬੀਇੰਗ ਅ ਬਿਗਰ ਆਰਗੇਨਾਈਜੇਸ਼ਨ ਇਹਦੇ ਵਿੱਚ ਤਾਂ ਚਲੋ ਸ਼ੁਰੂ ਤੋਂ ਰਸ਼ ਹੁੰਦਾ ਸੀ। ਲੈਟ ਅਸ ਟਾਕ ਅਬਾਊਟ ਛੋਟੇ ਛੋਟੇ ਇੰਸਟੀਚਿਊਟ ਜਿਹੜੇ ਖੰਨਾ ਰੋਡ ਤੇ ਨੇ, ਮੰਡੀ ਗੋਬਿੰਦਗੜ੍ਹ ਨੇ, ਜਾਂ ਲੁਧਿਆਣੇ ਦੇ ਕੁਝ ਅੱਛੇ ਕਾਲਜਸ ਨੇ ਜਿਨ੍ਹਾਂ ਦਾ ਕਿ ਬੜਾ ਵਧੀਆ ਟਰੈਕ ਰਿਕਾਰਡ ਰਿਹਾ। ਦੇ ਵਰ ਆਲ ਐਮਟੀ, ਬਹੁਤ ਘੱਟ ਜਿਹੜੇ ਬੱਚੇ ਰਹਿ ਗਏ ਸਨ ਇੱਥੇ। ਹੁਣ ਉਹਨਾਂ ਦੀ ਜਿਹੜੀ ਹੈ ਬੱਚਿਆਂ ਦੀ ਮਾਰਚ ਔਨਵਰਡਸ ਐਡਮਿਸ਼ਨ ਜਿਹੜੀ ਹੈ ਸਟਾਰਟ ਹੋ ਜਾਏਗੀ। ਐਂਡ ਥੋੜਾ ਜਿਹਾ ਜਿਹੜਾ ਰੈਸਕਿਊ ਹੈਗਾ ਯੂਥ ਦਾ ਉਹ ਹੋਣਾ ਸ਼ੁਰੂ ਹੋ ਜਾਏਗਾ। ਯੂਥ ਆਪਣਾ ਚੰਗਾ ਮਾੜਾ ਵਿਚਾਰ ਸਕਦਾ ਹੈ ਇੰਡੀਆ 'ਚ ਰਹਿ ਕੇ। ਜਿਹੜੇ ਇਮੀਗ੍ਰੇਸ਼ਨ ਏਜੰਟ ਹੈ ਜਿਹੜੇ ਪੰਜਾਬ ਦੇ, ਹੋ ਸਕਦਾ ਕਿ ਉਹਨਾਂ ਨੇ ਕਿਸੇ ਦੂਸਰੇ ਕੰਟਰੀ ਵੱਲ ਰੁਖ ਕਰ ਲਿਆ ਹੋ, ਸ਼ਾਇਦ ਅਮਰੀਕਾ, ਰਸ਼ੀਆ, ਇੰਗਲੈਂਡ, ਸਾਈਪਰਸ ਵਗੈਰਾ, ਉਧਰ ਨੂੰ ਸਟੂਡੈਂਟ ਭੇਜਣਾ ਸ਼ੁਰੂ ਕਰ ਰਹੇ ਆ ਕਿ ਨਹੀਂ? This is too early to speak ਕਿਉਂਕਿ ban has been put on just recently। ਕੱਲ ਪਰਸੋਂ ਵੀ ਇੱਕ ਜਿਹੜੀ ਖਬਰ ਇੱਕ ਹੋਰ ਨਸ਼ਰ ਹੋਈ ਹੈ ਬਈ ਬ੍ਰਿਟਿਸ਼ ਕੋਲੰਬੀਆ ਨੇ ਵੀ ਜਿਹੜੇ ਆਪਣੇ ਕੁਝ ਇੰਸਟੀਚਿਊਟਸ ਨੇ ਜਿਨ੍ਹਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ ਨਵੇਂ ਬੱਚਿਆਂ ਨੂੰ ਐਡਮਿਸ਼ਨ ਤੋਂ। ਸੋ ਦ ਥਿੰਗਸ ਆਰ ਗੋਇੰਗ ਔਨ ਦ ਬੋਥ ਸਾਈਡਸ। ਜੇ ਆਪਾਂ ਇੰਡੀਆ 'ਚੋਂ ਰੋਕ ਲੱਗੀ ਹੈ ਤੇ ਉਹਨਾਂ ਨੇ ਕੈਨੇਡਾ ਵਿੱਚ ਵੀ ਕਿਤੇ ਨਾ ਕਿਤੇ ਰੋਕ ਲਗਾਈ ਹੈ ਬਈ ਤੁਸੀਂ ਨਵੇਂ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇਣਾ। this might be happening in some places and ਕੁਝ ਸਖਤੀ ਵੀ ਇਹਨਾਂ ਨੇ ਹੋਰ ਵੀ ਕੀਤੀ ਹੈ। they need to get some letters, some authorized letters from the province or that place, ਜਿਹਦੇ ਨਾਲ ਕਿ ਬੱਚੇ ਨੂੰ ਵੀਜ਼ਾ ਵਿੱਚ ਆਸਾਨੀ ਹੋਏਗੀ ਔਰ ਬਿਨਾਂ ਉਸ ਲੈਟਰ ਤੋਂ ਜਿਹੜੇ ਵੀਜ਼ੇ ਜਿਹੜੇ ਵਾਪਸ ਕਰ ਦਿੱਤੇ ਜਾਣਗੇ। ਹੁਣ ਜਿਹੜੇ ਵੀਜ਼ਾਸ ਔਨ ਦਾ ਬੋਰਡ ਨੇ ਕਿ ਜਿਹੜੇ ਹਾਈ ਕਮਿਸ਼ਨ 'ਚ ਪ੍ਰੋਸੈਸਿੰਗ ਲਈ ਗਏ ਹੋਏ ਆ, ਉਹਨਾਂ ਦਾ ਭਵਿੱਖ ਤੈਅ ਕਰਨਾ ਹਜੇ ਬਾਕੀ ਹੈ। ਐਂਡ ਜਿਵੇਂ ਅੱਗੇ ਅਗਲਾ ਕੁਝ ਵੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਥਿੰਗਸ ਆਰ ਔਨ ਵਿਚ ਸਾਈਡ, ਵੀ ਜਿਹੜੇ ਐਪਲੀਕੇਸ਼ਨਸ ਔਨ ਬੋਰਡ ਨੇ ਉਹਨਾਂ ਦਾ ਕੀ ਰਿਪਲਾਈ ਆ ਰਿਹਾ ਹੈ। ਦਿਸ ਵੁੱਡ ਬੀ ਦ ਨਿਊਐਸਟ ਥਿੰਗ ਟੂ ਨੋ ਵੀ ਉਹਨਾਂ ਦਾ ਪ੍ਰੋਸੈਸ ਯੈਸ ਵਿੱਚ ਹੈ ਕਿ ਨੋ ਵਿੱਚ ਹੈ।
ਇਹ ਜਿਹੜੀ ਜੀ। ਨਵੀਂ ਚੀਜ਼ ਆਪਾਂ ਨੂੰ ਅਗਲੇ ਵੀਕ ਦੇ ਵਿੱਚ ਉੱਭਰ ਕੇ ਆਪਾਂ ਨੂੰ ਪਤਾ ਚੱਲ ਜਾਏਗੀ। ਐਂਡ ਬਾਕੀ ਜਿਹੜੇ ਕਾਲਜਸ ਨੇ ਉਹਨਾਂ ਵਿੱਚ ਜਿਹੜੀ ਹੈ ਹੁਣ ਟੀਚਾ ਉਹਨਾਂ ਦਾ ਇਹੀ ਰਹੇਗਾ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਇੱਥੇ ਐਡਮਿਸ਼ਨ ਕਰਾਏ ਜਾਣ, ਤਾਂ ਜੋ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਬੱਚਾ ਆਪਣਾ ਜਿਹੜਾ ਫਿਊਚਰ ਬਾਰੇ ਸੋਚ ਸਕੇ। ਇਜ਼ ਹੀ ਗੋਇੰਗ ਟੂ ਡੂ ਸਮ ਐਂਟਰਪ੍ਰੀਨਰਸ਼ਿਪ ਓਵਰ ਹੇਅਰ, ਔਰ ਉਹਨਾਂ ਨੇ ਕੈਨੇਡਾ ਹੀ ਜਾਣਾ ਨੇ। 20-25 ਲੱਖ 30 ਲੱਖ GIC ਵੀ ਡਬਲ ਹੋ ਗਈ ਹੈ ਹੁਣ। ਲੈਟ ਅਸ consider this amount to 35 to 40 lakh rupees, including air tickets and their own expenses and everything. ਜੀ ਜੀ ਜੀ। ਹੁਣ ਮੇਰੇ ਖਿਆਲ ਹੈ ਕਿ ਜਿਹੜੇ ਲੋਕ ਸਟੂਡੈਂਟ ਵੀਜ਼ਾ ਐਡਮਿਸ਼ਨ ਐਂਡ ਵੀਜ਼ਾ ਵਾਲਾ ਗੇਮ ਹੈ, ਉਹ ਬੈਚਲਰਸ ਡਿਗਰੀ ਐਂਡ ਡਿਪਲੋਮਾ ਤੋਂ ਟ੍ਰਾਂਸਫਰ ਹੋ ਕੇ ਮਾਸਟਰ ਡਿਗਰੀ ਤੇ ਆ ਗਿਆ। ਜਿਨ੍ਹਾਂ ਨੇ ਮਾਸਟਰ ਡਿਗਰੀ ਪੜ੍ਹਾਈ ਕਰਨਾ, ਮਾਸਟਰ ਡਿਗਰੀ ਕਰਨ ਵਾਲੇ ਕਿੰਨੇ ਲੋਕ ਹੈ ਪੰਜਾਬ ਦੇ? ਮੇਰੇ ਖਿਆਲ ਪਿਛਲੇ ਸਾਲ ਜਿਹੜਾ ਲੱਖ ਸਟੂਡੈਂਟ ਗਿਆ ਪੰਜਾਬ ਤੋਂ, ਉਹਦੇ ਵਿੱਚ ਮਾਸਟਰ ਡਿਗਰੀ ਤੇ ਮੇਰੇ ਖਿਆਲ 10% ਵੀ ਨਹੀਂ ਹੋਣਗੇ ਸ਼ਾਇਦ। ਆਟੇ ਦੇ ਵਿੱਚ ਨਮਕ ਵਾਂਗ ਹੈ ਸਰ। ਇਟ ਇਜ਼ ਜਸਟ ਲਾਈਕ ਕੋਈ ਬਹੁਤ ਜ਼ਿਆਦਾ ਗਿਣਤੀ ਨਹੀਂ ਹੁੰਦੀ ਉਹਨਾਂ ਦੀ। ਤੇ ਹੁਣ ਜਿਹੜਾ ਇੱਕ ਬੱਚੇ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਮਾਸਟਰ ਡਿਗਰੀ ਵੱਲ ਜਾਏਗਾ, ਤੇ ਉੱਥੇ ਵੀ ਉਹਨਾਂ ਨੂੰ ਦੇਖੋ, ਉਹਨਾਂ ਨੂੰ ਵੀ ਈਜ਼ੀ ਹੈ। ਦੇ ਵਿਲ ਬੀ ਈਜ਼ੀਲੀ ਨੋਮੀਨੇਟਡ ਫॉर देयर प्रोविंशियल प्रोग्राम्स और फॉर PR। ਉਹਨਾਂ ਨੂੰ ਕਿਸੇ ਤਰੀਕੇ ਦੀ ਜਦੋਜਹਿਦ ਨਹੀਂ ਕਰਨੀ ਪਏਗੀ। ਉਹਨਾਂ ਦੇ ਜਿਹੜੇ ਈਜ਼ੀਲੀ ਪੁਆਇੰਟਸ ਵੀ ਕਨਵਰਟ ਜ਼ਿਆਦਾ ਹੋ ਜਾਣਗੇ, ਐਂਡ ਬੱਚਾ ਸਿਆਣਾ ਵੀ ਹੋ ਜਾਂਦਾ ਹੈ। ਐਂਡ ਇਟ ਇਜ਼ ਕੰਸੀਡਰਡ ਐਜ਼ ਐਨ ਆਈਡੀਅਲ ਏਜ ਫॉर ਗੋਇੰਗ ਅਬਰੋਡ। ਇਹ ਤੇ ਹੈ। ਇਹ ਸਾਰਾ ਗੰਦ ਪਹਿਲਾਂ ਇੰਗਲੈਂਡ ਪਿਆ ਸੀ, ਹੁਣ ਇੱਥੇ ਕੈਨੇਡਾ ਵੀ ਉਹ ਸੇਮ ਚੀਜ਼ ਨੂੰ ਹਿਸਟਰੀ ਰਿਪੀਟ ਕਰ ਗਈ ਹੈ। ਸੋ ਇਟਸ ਓਕੇ, no problem at all। ਸੋ ਵਧੀਆ, ਚਲੋ ਚੀਜ਼ ਹੈ ਜੋ ਵੀ ਕੁਝ ਹੋ ਰਿਹਾ, ਤਬਦੀਲੀ, ਚੇਂਜ ਇਜ਼ ਆਲਵੇਜ਼ ਅ ਪਾਰਟ ਆਫ ਲਾਈਫ। ਇਹ ਚੇਂਜ ਹੁੰਦਾ ਰਹੇਗਾ। ਤੀਸਰੀ ਚੀਜ਼ ਮੈਂ ਇੱਕ ਤੁਹਾਨੂੰ ਹੋਰ ਵੀ ਇੱਕ ਸ਼ੇਅਰ ਕਰਦੇ ਹਾਂ। ਇਸ ਤੋਂ ਪਹਿਲਾਂ ਐਕਚੁਅਲੀ ਬਿਫੋਰ ਆਈ ਡੂ ਦੈਟ, ਆਈ ਵਾਂਟਡ ਟੂ ਲੈਟ ਯੂ ਨੋ ਕਿ ਜਿਹੜੇ ਹੋਰ ਲੋਕ ਦੇਖ ਰਹੇ ਹੈ, so I will be traveling to Punjab from I think first or second week of February। so अगर जिस किसी ने अगर कोई मिलना है, अगर कोई केस है इस तरह का, कोई डेफिनेटली आकर ਮੈਨੂੰ ਮਿਲ ਸਕਦੇ हैं। सो विद अपॉइंटमेंट ऑफ कोर्स। ਇੱਕ ਕੇਸ ਦੇ ਬਾਰੇ ਤੁਹਾਨੂੰ ਮੈਂ ਦੱਸਦਾ ਹਰਵਿੰਦਰ ਸਿੰਘ, ਕਿ ਤੁਸੀਂ ਵੀ ਦੇਖੋ ਇਸ ਚੀਜ਼ ਨੂੰ ਸਮਝੋਗੇ ਕਿ ਵੀ ਇਹ ਕਿੰਨਾ ਵੱਡਾ ਜਿਹੜੀ ਇੱਕ ਕੈਂਸਰ ਹੈ, ਪ੍ਰੋਬਲਮ ਹੈ ਪੰਜਾਬ ਦੇ ਜਿਹੜੇ ਕੇਸਿਸ ਦੀ। without taking names, I will tell you there was a family, husband wife family है from Punjab। ਉਹਨਾਂ ਨੇ ਕਿਸੇ ਏਜੰਟ ਨੂੰ ਕੰਟੈਕਟ ਕੀਤਾ ਵੈਨਕੂਵਰ, ਠੀਕ ਹੈ, ਆਪਣੀ ਵਾਈਫ ਨੂੰ LMIA ਦਵਾਇਆ ਐਜ਼ ਅ ਰੈਸਟੋਰੈਂਟ ਫੂਡ ਕਾਊਂਟਰ, ਮਤਲਬ ਜਿਹੜੇ ਸੁਪਰਵਾਈਜ਼ਰ ਦਾ ਫੂਡ ਜਿਹੜਾ ਕੰਮ ਕਰਦੇ ਆ ਨਾ, ਜਿਹੜਾ ਰੈਸਟੋਰੈਂਟ ਵਿੱਚ ਉਹ ਸਰਵ ਕਰਦੇ ਆ। ਜੌਬ ਮਿਲ ਗਈ। LMIA ਦੇ ਪੈਸੇ ਚਲੇ ਗਏ, करीब 30,000 पैसे चले गए, जो भी कुछ है। बाकी कितने बचे हैं पैसे ये नहीं पता, पेंडिंग है। लेकिन वीजा भी मिल गया, वर्क वीजा भी इशू हो गया, कैनेडियन हाई कमीशन ने वीजा देता। ਉਹਦੇ ਬਾਅਦ ਇਹ ਲੋਕੀ ਜਿਹੜੇ ਨਾ, ਐਂਡ ਆਈ ਥਿੰਕ ਦ ਹਸਬੈਂਡ ਆਲਸੋ ਗॉट ਅ ਸਪਾਊਸ ਡਿਪੈਂਡੈਂਟ ਵੀਜ਼ਾ, ਬਟ ਆਈ ਐਮ ਨਾਟ ਸ਼ੋਰ। ਪਰ ਉਹ ਤਿਆਰੀ ਫੜ ਕੇ ਬੈਠੇ ਹੋਏ ਸੀ ਕਿ ਵੀ ਮੇਰੀ ਅਗਲੇ 10 ਦਿਨ ਬਾਅਦ ਫਲਾਈਟ ਹੈ, ਠੀਕ ਹੈ। ਇੱਕ ਈਮੇਲ ਆ ਗਿਆ, ਈਮੇਲ ਆਇਆ ਉੱਥੋਂ ਐਮਬੈਸੀ ਤੋਂ ਇਹਨਾਂ ਨੂੰ, ਐਪਲੀਕੈਂਟ ਨੂੰ, ਕਿ ਵੀ ਸੌਰੀ ਯੋਰ ਵੀਜ਼ਾ ਇਜ਼ ਕੈਂਸਲਡ। ਅੱਛਾ, वर्क वीजा इशू हो गया, सब कुछ हो गया। उन ईमेल आ गया, वीजा इज कैंसल, प्लीज डू नॉट ट्रैवल, योर वीजा इज इनवैलिडेटेड। मतलब कि उन खेल खत्म हो गया, वीजा हुन फ्लाइट लेने की लोड़ नहीं, अपनी टैक्सी टूक्सी इंडो कैनेडियन बस दी है, बुकिंग ना कराओ। ठीक है। अगे कहानी की हुई, पता लग गया कि जो एक्सपीरियंस शो किया सी उन्होंने ਜਿਹੜੇ ਐਪਲੀਕੈਂਟ ਦਾ, ਇਥੋਂ ਪੰਜਾਬ ਤੋਂ ਹੀ, मैं नाम नहीं लेंगा किसी का, ना रेस्टोरेंट का ना जगह का, ਜਿੱਥੋਂ ਉਹਨਾਂ ਨੇ ਐਕਸਪੀਰੀਅੰਸ ਸਰਟੀਫਿਕੇਟ ਲਿਆ ਸੀ, ਉਹ ਮਾਲਿਕ ਤੇ ਮੈਨੇਜਰ ਦੋ ਉੱਥੇ ਸ਼ਖਸ ਜਿਹੜੇ ਨਾ ਉਹ ਇਨਵੋਲਵ ਸਨ। ਤੇ ਹਾਈ ਕਮਿਸ਼ਨ ਨੂੰ ਇੱਕ ਈਮੇਲ ਆ ਗਈ ਕੰਪਨੀ ਨੂੰ ਕਿ ਬਈ ਇਹਦਾ ਤੁਸੀਂ ਐਕਸਪੀਰੀਅੰਸ ਵੈਰੀਫਾਈ ਕਰੋ। ਓਕੇ। ਉਹਨਾਂ ਨੇ ਐਕਸਪੀਰੀਅੰਸ ਸ਼ੋ ਕੀਤਾ ਸੀ ਕਿ ਬਈ ਸ਼ੀ ਵਾਸ ਵਰਕਿੰਗ ਇਨ ਦੈਟ ਰੈਸਟੋਰੈਂਟ। मेरे ख्याल कुछ असलियत की है, असलियत मैंने भी नहीं पता, लेकिन शायद थोड़ा पार्ट टाइम काम करती थी, लेकिन ज्यादा दिखाया या बिल्कुल नहीं काम करती थी, थोड़ा दिखाया। मतलब कि इट वाज 100% नॉट फैक्चुअल। समझ गए? मैं समझ गया। थोड़े बहुत उन्होंने मतलब अलंकार करके उन्होंने बड़ा करके दिखाया होगा शायद, लेकिन इट वाज नॉट फुली फैक्चुअल। अच्छा, दूसरा कोई पे स्लिप नहीं है, कोई तनख्वाह का कोई प्रूफ नहीं है, इदा कोई इस तरह कोई बहुत बड़ा कोई रेस्टोरेंट भी नहीं है। गलती नाल वो ईमेल चली गई मालिक नू। अच्छा।
ਜਾਣਾ ਸੀ ਮੈਨੇਜਰ ਨੂੰ, ਕਿਉਂਕਿ ਮੈਨੇਜਰ ਨੂੰ ਸਾਰਾ ਉਹ ਕੀਤਾ ਸੀ ਕਿ ਵੀ ਅਗਰ ਜੇ ਫਰਜ਼ ਕਰੋ ਕੋਈ ਇਨਕੁਆਇਰੀ ਹੋ ਗਈ ਤੁਸੀਂ ਉਹਨੂੰ ਹੈਂਡਲ ਕਰ ਦੇਣਾ, ਸਮਝ ਗਏ? ਹਾਂ ਮੈਂ ਸਮਝ ਗਿਆ। ਮਾਲਿਕ ਨੂੰ ਮੇ ਵੀ ਸਦ ਵੇ ਰਾਉਂਡ ਜਾਣਾ ਸੀ ਮਾਲਿਕ ਨੂੰ, ਲੇਕਿਨ ਪਹੁੰਚ ਗਈ ਮੈਨੇਜਰ ਨੂੰ ਮੇ ਵੀ ਸਦ ਵੇ ਰਾਉਂਡ। ਤੇ ਅੱਛਾ ਜਿਹਨੂੰ ਈਮੇਲ ਮਿਲੀ ਹੈ ਤੇ ਉਹਨੇ ਜੱਟ ਉਹਨਾਂ ਨੂੰ ਕਹਿਤਾ ਕਿ ਵੀ ਈਮੇਲ ਕਿ ਵੀ ਆਈ ਡੋਂਟ ਨੋ ਦਿਸ ਐਪਲੀਕੈਂਟ, ਇਹ ਸਾਰਾ ਜਿਹੜਾ ਇਹ ਐਕਸਪੀਰੀਅੰਸ ਸਰਟੀਫਿਕੇਟ ਫਰਜ਼ੀ ਹੈ। ਉਹ ਤੇਰੀ ਦੀ ਹੁਣ ਐਕਸਪੀਰੀਅੰਸ ਫਰਜ਼ੀ ਉਹਨਾਂ ਨੇ ਲਿਖ ਕੇ ਦਿੱਤਾ, ਭਾਈ ਈਮੇਲ ਤੇ ਰਿਸਪੌਂਡ ਹੀ ਕਰਤਾ ਵਾਪਸ। ਕਾਲ ਵੀ ਆਇਆ, ਐਕਚੁਅਲੀ ਉਹਨੂੰ ਕਾਲ ਵੀ ਆਇਆ, ਕਾਲ ਵਿੱਚ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਵੀ ਕਾਲ ਵਿੱਚ ਉਹ ਡਾਇਰੈਕਟਲੀ ਕਾਲ ਕਰਕੇ ਤੁਹਾਨੂੰ ਸਿਰਫ 2 ਮਿੰਟ ਔਨ ਦਾ ਸਪੌਟ ਪੁੱਛਦੇ ਆ ਕਿ ਵੀ ਆਮ ਕਾਲਿੰਗ ਫਰਮ ਇਹ ਫਲਾਣਾ ਦੱਸ ਦਿਓ ਇਹ ਕੀ ਹੈ। ਮਤਲਬ ਉਹਨਾਂ ਨੂੰ ਟਾਈਮ ਨਹੀਂ ਮਿਲਿਆ, ਉਹ ਕਹਿੰਦੇ ਜੇ ਅਸੀਂ ਬਾਹਰ ਸੀ ਸਾਨੂੰ ਪਤਾ ਨਹੀਂ ਚੱਲਾ ਜੀ ਬਈ ਕਿੱਥੋਂ ਕਾਲ ਆਈ ਹੈ, ਜੋ ਵੀ ਐਟ ਰੈਂਡਮ ਪਤਾ ਲੱਗਿਆ ਰਿਸਪੌਂਸ ਉਹਨੇ ਕਰਤਾ ਕਿ ਵੀ ਸ਼ੀ ਇਜ਼ ਨਾਟ ਵਰਕਿੰਗ ਹੀਅਰ। ਫਿਰ ਉਧਰ ਹੋ ਗਿਆ ਜੀਮੇਲ ਤੇ ਵੀ ਆ ਗਿਆ ਕਿ ਬਈ ਜੇ ਐਕਸਪੀਰੀਅੰਸ ਫੇਕ ਹੈ। within the same day ਈਮੇਲ ਉਹਨਾਂ ਨੇ ਛੱਡਤੀ ਹਾਈ ਕਮਿਸ਼ਨ ਨੇ ਕਿ ਬਈ ਸੌਰੀ ਯੋਰ ਵੀਜ਼ਾ ਇਜ਼ ਕੈਂਸਲ। ਉਹਨਾਂ ਨੂੰ ਵਕਤਾ ਪੈ ਗਿਆ ਕਿ ਉੱਥੇ ਤੇ $30,000 ਚਲੇ ਗਏ। ਠੀਕ ਹੈ, ਤਿਆਰੀ ਫੜ ਕੇ ਬੈਠੇ ਸੀ ਜਾਣਾ ਤੇ ਹੁਣ ਸਾਰਾ ਕੇਸ ਕੈਂਸਲ ਹੋ ਗਿਆ ਤੇ ਹੁਣ ਵੀਜ਼ਾ ਵੀ ਕੈਂਸਲ ਹੋ ਗਿਆ, ਹੁਣ ਕੀ ਕਰੋਗੇ? ਮੈਂ ਸਿਰਫ ਇਸ ਕੇਸ ਨੂੰ ਸਿਰਫ ਤੁਹਾਡੇ ਨਾਲ ਡਿਸਕਸ ਇਸੇ ਕਰ ਰਿਹਾ ਕਿ ਵੀ ਸਾਰੇ ਲੋਕ ਜਿਹੜੇ ਸੁਣ ਰਹੇ ਹੈ ਨਾ, ਦੇਖੋ ਆਪਾਂ ਨੂੰ ਮਤਲਬ ਕਿ ਚਲਾਕੀਆਂ ਤੇ ਬਹੁਤ ਪਤਾ ਹੈ ਕਿ ਵੀ ਅਸੀਂ ਪੈਸੇ ਦੇ ਲਏ ਜੀ, ਕਰ ਲਿਆ, ਸ਼ੋ ਕਰ ਲਿਆ ਕੁਛ ਹੈ। ਤੁਸੀਂ ਇਹ ਨਾ ਸਮਝੋ ਕਿ ਵੀਜ਼ਾ ਆਫਿਸਰ ਬੇਵਕੂਫ ਹੈ ਕੋਈ। ਕਈ ਵਾਰ ਇੱਕ ਸਲਿੱਪ ਕਰ ਸਕਦੇ ਆ। ਇਨਫੈਕਟ ਆਈ ਵਾਸ ਐਂਗਰੀ ਕਿ ਉਹਨਾਂ ਨੇ ਵੀਜ਼ਾ ਪਹਿਲਾਂ ਕਿਵੇਂ ਇਸ਼ੂ ਕਰਤਾ, ਉਹਨਾਂ ਨੇ ਪਹਿਲਾਂ ਨਹੀਂ ਚੈੱਕ ਕੀਤਾ ਉਹਨਾਂ ਨੇ। ਲੇਕਿਨ ਚਲੋ ਦੇਰ ਆਏ ਦੁਰੁਸਤ ਰਾਏ, ਮਤਲਬ ਉਹ ਚੈੱਕ ਹੋ ਗਿਆ ਤੇ ਉਹਦੇ ਬਾਅਦ ਇਹ ਹੋ ਗਈ। ਪਰ ਇਟ ਕੈਨ ਹੈਪਨ ਵਿਦ anybody. I remember another case like this about 2-3 years ago. There was an express entry applicant from Gujarat. ਉਹਨੇ ਵੀ ਐਕਸਪੀਰੀਅੰਸ ਸ਼ੋ ਕੀਤਾ ਸੀ ਐਜ਼ ਅ HR ਮੈਨੇਜਰ ਇਨ ਗਾਂਧੀਨਗਰ। ਓਕੇ, ਪਤਾ ਨਹੀਂ ਕਿਸ ਤਰ੍ਹਾਂ ਹਾਈ ਕਮਿਸ਼ਨ ਨੂੰ ਕੋਈ ਇਸ ਤਰ੍ਹਾਂ ਲੱਗੇ ਤੇ ਉਹਨਾਂ ਨੇ ਕਾਲ ਕਰ ਲਿਆ, ਸਿਕਿਉਰਿਟੀ ਨੂੰ ਕਾਲ ਕਰ ਲਿਆ ਉੱਥੇ ਡਾਇਰੈਕਟਲੀ, ਜਿਹੜੇ ਆਪਣੇ ਜਿਹੜੇ ਰਿਸੈਪਸ਼ਨ ਨੂੰ ਕਾਲ ਕਰ ਲਿਆ ਕਿ ਵੀ ਆਈ ਵਾਂਟ ਟੂ ਟਾਕ ਟੂ ਮਿਸਿਸ ਇਹ ਉਹ ਕਿ HR ਮੈਨੇਜਰ। ਉਹ ਕਹਿੰਦੀ HR ਮੈਨੇਜਰ ਅੱਜ ਆਈ ਨਹੀਂ ਹੈ। ਆਈ ਕਿੱਥੇ ਹੈ ਹੀ ਨਹੀਂ ਸੀ, ਆਣਾ ਕਿੱਥੇ ਹੈ। ਤੇ ਉਹਨਾਂ ਨੂੰ ਸ਼ੱਕ ਹੋ ਗਿਆ, ਉਹਨਾਂ ਨੇ ਆਪਣਾ ਬੰਦਾ ਭੇਜਤਾ ਇੱਥੋਂ ਦਿੱਲੀ ਤੋਂ। ਬੰਦਾ ਇੱਕ ਸਿਵਲ ਕਲੋਥ ਸੇ ਗਿਆ, ਮਤਲਬ ਉਹਨੇ ਕੁਝ ਦੱਸਿਆ ਨਹੀਂ ਕਿ ਆਈ ਐਮ ਫਰਮ ਵੇਅਰ। ਉੱਥੇ ਜਾ ਕੇ फैक्ट्री चला गया, जाके सिक्योरिटी ਨੂੰ ਪੁੱਛ ਲਿਆ कि भाई सिक्योरिटी साहब यहाँ पर वो HR मैनेजर हैं। वो कहते HR मैनेजर तो है ही नहीं यहाँ पर, आप कौन से किसको HR मैनेजर, आपको नौकरी चाहिए, आप जाओ उधर। वो कहा नहीं जी वो HR मैनेजर मिसेस इस तरह सी। वो कहते नहीं कुछ नहीं है यहाँ पर, नहीं अंदर किसी ਨੂੰ ਹੋਰ ਨੂੰ ਪੁੱਛ ਲੈ ਜਾ ਕੇ। ਉਹ ਕਹਿੰਦੇ ਉਹ ਤੇ ਹੈ ਹੀ ਨਹੀਂ, ਕੋਈ ਨਹੀਂ ਹੈ। ਮੁੜ ਕੇ ਆਕੇ ਉਹਨਾਂ ਨੇ ਈਮੇਲ ਪਾਤੀ ਕਿ ਸੌਰੀ ਤੁਹਾਡਾ ਐਕਸਪੀਰੀਅੰਸ ਫੇਕ ਹੈ ਤੇ ਯੂ ਆਰ ਨਾਟ ਓਨਲੀ ਕੈਂਸਲ ਬਟ ਬੈਨਡ ਫॉर 5 years। ਦਿਸ ਇਜ਼ ਮਿਸਰਿਪਰੈਜ਼ੈਂਟੇਸ਼ਨ, ਬਿਲਕੁਲ ਠੀਕ ਕਹਿ ਰਹੇ ਹੋ। ਦਿਸ ਹੈਪਨਸ ਟਾਈਮ। ਹਾਂ ਦੇਖੋ ਇਸ ਤਰ੍ਹਾਂ ਹੈ, ਮੈਂ ਸਿਰਫ ਲੋਕਾਂ ਨੂੰ ਇਹ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਅਗਰ ਆਪਣੇ ਆਪ ਨੂੰ ਤੁਸੀਂ ਹੁਸ਼ਿਆਰ ਬਹੁਤ ਸਮਝਦੇ ਹੋ, ਬਹੁਤ ਵੱਡੇ ਫੰਨੇ ਖਾ ਹੈ ਜੀ, ਆਪਾਂ ਕੁਛ ਨਾ ਕੁਛ ਸ਼ੋਅ ਕਰਕੇ ਆਪਣਾ ਵੀਜ਼ਾ ਲੈ ਲਾਂਗੇ, ਕਰ ਦਿਆਂਗੇ, ਦਿਸ ਇਜ਼ ਯੋਰ ਇਲੂਜ਼ਨ। ਅਗਰ ਜੇ ਵੀਜ਼ਾ ਤੁਸੀਂ ਗਲਤੀ ਨਾਲ ਲੈ ਵੀ ਲਿਆ, ਉਹਨਾਂ ਦੀ ਗਲਤੀ ਕਰਕੇ, ਜੇ ਤੁਹਾਡੇ ਨੂੰ ਚੈੱਕ ਨਹੀਂ ਕਰ ਸਕੇ, ਗਲਤੀ ਨਾਲ ਲੈ ਵੀ ਲਿਆ, ਤੁਸੀਂ ਕੈਨੇਡਾ ਪਹੁੰਚ ਵੀ ਗਏ, those experiences and information will be repeated again when you are renewing your work permit, या ਤੁਸੀਂ you're filing for PR after 2 years 3 years or 5 years। ਉਹ ਸਾਰਾ ਰਿਪੀਟ ਹੋਏਗਾ। ਤੁਸੀਂ ਇੱਕ ਵਾਰ ਮਿਸਰੈਪ੍ਰੈਜ਼ੈਂਟੇਸ਼ਨ ਅਗਰ ਜੇ ਬਚ ਗਏ ਤੇ ਦੁਬਾਰਾ ਹੋ ਜਾਏਗਾ। ਸੋ ਇਸ ਕਰਕੇ ਆਪਣੇ ਆਪ ਨੂੰ ਚਲਾਕ ਨਾ ਸਮਝੋ। ਇਸ ਤਰ੍ਹਾਂ ਝੂਠ ਬੋਲ ਕੇ ਫਰਾਡ ਨਾਲ ਵੀਜ਼ਾ ਲੈਣ ਦਾ ਕੋਈ ਫਾਇਦਾ ਨਹੀਂ। ਇਟਸ ਬੈਟਰ ਟੂ ਬੀ ਰਿਜੈਕਟਡ ਰਾਦਰ ਦੈਨ ਟੇਕ ਅ ਵੀਜ਼ਾ ਔਨ ਥੀਸ ਟਰਮਸ। ਇਹ ਮਤਲਬ ਕਿ ਰੀਸੈਂਟਲੀ ਕੇਸ ਜੋ ਹੋਇਆ ਤੁਹਾਨੂੰ ਦੱਸਿਆ ਜਿਹੜਾ ਇਹ ਰੈਸਟੋਰੈਂਟ ਵਾਲਾ, ਹੁਣ ਮੇਰੇ ਕੋਲ ਇਹ ਕੇਸ ਆ ਗਿਆ, ਮੈਂ ਇਹਨੂੰ ਟੈਕਲ ਕਰ ਰਿਹਾ ਕਿਸੇ ਤਰ੍ਹਾਂ। ਮੈਨੂੰ ਪਤਾ ਹੈ ਕਿਸ ਤਰ੍ਹਾਂ ਇਹਨੂੰ ਟੈਕਲ ਕਰਨਾ ਬੜਾ ਮੁਸ਼ਕਿਲ ਹੋਣਾ ਕਿ ਬਈ ਇੱਕ ਵਾਰ ਜੋ ਬਿਆਨ ਚਲਾ ਗਿਆ ਕਿ ਫੇਕ ਐਕਸਪੀਰੀਅੰਸ ਹੈ, ਉਹਨੂੰ ਮੈਂ ਕਿੱਦਾਂ ਸ਼ੋਅ ਕਰ ਦਾਂਗੇ ਬਈ ਨਹੀਂ ਜੀ ਮਾਲਿਕ ਨੇ ਗਲਤੀ ਕਰਤੀ ਜੀ, ਨਹੀਂ ਫੇਕ ਐਕਸਪੀਰੀਅੰਸ ਫੇਕ ਨਹੀਂ ਅਸਲੀ ਹੈ। ਸੋ ਇਹ ਬਹੁਤ ਮੁਸ਼ਕਿਲ ਹੈ ਕੰਮ। ਸੋ ਇਸ ਕਰਕੇ ਧਿਆਨ ਕਰਕੇ ਚਲੋ ਆਪਣਾ। ਇਹਨੂੰ ਮੈਨੂੰ ਐਕਚੁਅਲੀ ਇੱਕ ਗੁਰਬਾਣੀ ਦੀ ਤੁਕ ਯਾਦ ਆ ਗਈ ਹੈ, शेख फरीदी की, रुखी सुखी खा के ठंडा पानी पियो। ठीक है, देख पराई चोपड़ी ना तरसा जियो। देखो ਆਪਾਂ ਦੂਸਰੇ ਦਾ ਵੀਜ਼ਾ ਦੇਖ ਕੇ ਸੋਚਦੇ ਹਾਂ ਕਿ ਵੀ ਫਲਾਣਾ ਚਲਾ ਗਿਆ ਜੀ ਆਪਾਂ ਵੀ ਵੀਜ਼ਾ ਲੈ ਲਾਂਗੇ। ਆਪਾਂ ਕਿਸੇ ਤਰੀਕੇ ਨਾਲ ਹੱਥਕੰਡੇ ਕਰਕੇ ਵੀਜ਼ਾ ਲੈ ਲੈਂਦੇ ਆ, ਪਰ ਇਹ ਗੱਲ ਰਾਸ ਨਹੀਂ ਆਣੀ ਇਨ ਲੌਂਗ ਟਰਮ। ਇਸ ਕਰਕੇ ਆਪਾਂ ਇਹ ਗਲਤ ਕੰਮ ਨਾ ਕਰੀਏ। ਇੱਥੇ ਹੀ ਬਹਿ ਕੇ ਰੁੱਖੀ ਸੁੱਖੀ ਖਾ ਕੇ ਆਪਣਾ ਠੰਡਾ ਪਾਣੀ ਪੀ ਲਓ। ਜ਼ਿਆਦਾ ਅਗਲੇ ਦੀ ਚੋਪੜੀ ਦੇਖ ਕੇ ਏਦਾਂ ਨਾ ਹੋ ਕਿ ਬੈਨ ਹੋ ਕੇ ਆ ਜਾਓ ਤੁਸੀਂ। ਜੀ ਬਿਲਕੁਲ ਦੁਰੁਸਤ ਹੈ ਸਰ। ਇਸ ਤਰੀਕੇ ਦਾ ਇੱਕ ਆਈ ਵਾਂਟ ਟੂ ਸ਼ੇਅਰ ਵਿਦ ਯੂ ਵਨ ਮੋਰ ਥਿੰਗ
ਇੱਕ EMPLOYE ਨੂੰ ਫੋਨ ਕੀਤਾ ਗਿਆ ਕਿ ਆਰ ਯੂ ਇਨ ਫਲਾਣਾ ਰੈਸਟੋਰੈਂਟ, ਤੇ ਉਹ ਅੱਗੋਂ ਕਹਿੰਦੇ ਜੀ ਨਹੀਂ, ਆਈ ਐਮ ਔਨ ਲੀਵ ਟੂਡੇ। ਤੇ ਜਦੋਂ ਉਹਦੇ ਹੋਟਲ ਵਿੱਚ ਰੈਸਟੋਰੈਂਟ ਵਿੱਚ ਫੋਨ ਕੀਤਾ ਗਿਆ ਤੇ ਹੋਟਲ ਵਾਲੇ ਦੇ ਮੈਨੇਜਰ ਨੇ ਕਿਹਾ that guy is busy in some catering, so I will let you call him again. Oh my God. तो contradictory statement ने भी एक बारी बैन लगवाया होया है on the same basis because the guy was not working there. ਤੇ ਸਰ ਦੇਖੋ ਇਹ ਦੇਖੋ ਹੈ ਕਿ ਹੱਥਕੰਡੇ ਸਾਰੇ ਪੰਜਾਬ 'ਚ ਹੀ ਹੁੰਦੇ ਨੇ, ਇੰਡੀਆ 'ਚ ਹੀ ਹੁੰਦੇ ਨੇ ਸਾਰਾ। So it's not like ਕਿ ਉਹ ਨੌਕਰੀ ਕਰ ਲੈਣ ਇੱਥੇ ਰਹਿ ਕੇ, they can earn good and they can have a good experience. And ਇੱਕ ਮੈਨੂੰ ਕਿਸੇ ਹੋਰ ਦਾ ਵੀ 3-4 ਦਿਨ ਪਹਿਲਾਂ ਇੱਕ ਫੋਨ ਆਇਆ, ਆਈ ਵਿਲ ਨਾਟ ਟੇਕ ਐਨੀ ਨੇਮਸ। ਇੱਕ ਕੋਈ ਸਿੱਕਿਮ ਦੀ ਕੋਈ ਯੂਨੀਵਰਸਿਟੀ ਹੈ, ਵਿਲੀਅਮ ਕੈਰੀ ਯੂਨੀਵਰਸਿਟੀ। I'm not aware about that. ਅੱਛਾ, ਗੂਗਲ ਤੇ ਜਿਹਨਾਂ ਨੂੰ ਪਤਾ ਹੈ ਉਹ ਸਰਚ ਕਰ ਲਓ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਕਿ I think he applied for some visa, maybe study visa or something, and यूनिवर्सिटी जो शायद किसी एजेंट ने वो डिप्लोमा डिग्री अरेंज की है फ्रॉम विलियम कैरी यूनिवर्सिटी है, एंड दैट इज फ्रॉम सिक्किम। सिक्किम या मेघालय उस तरफ नॉर्थ ईस्ट है शायद। ਮੈਨੂੰ ਤਾਂ ਪਤਾ ਵੀ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਯੂਨੀਵਰਸਿਟੀ ਖੁੱਲੀ ਹੈ ਕਿ ਨਹੀਂ ਹੈ, ਪਰ ਯੂਨੀਵਰਸਿਟੀ ਦਾ ਏਜੰਟ ਨੇ WSB ਕਰਾਤਾ। Oh my God. WSB ਹੋकर ਆ ਗਿਆ ਤੇ ਅਗਲੇ ਨੂੰ ਤਸੱਲੀ ਹੋ ਗਈ ਕਿ ਬਈ ਠੀਕ ਹੈ ਵੀ WS ਹੋ ਗਿਆ ਤੇ ਆਪਾਂ ਹੁਣ ਅੱਗੇ ਮਤਲਬ ਸ਼ੁਰੂ ਕਰਦੇ ਹਾਂ ਜੋ ਵੀ ਐਪਲੀਕੇਸ਼ਨ ਕਰਨੀ ਹੈ। ਉੱਥੋਂ ਮੇਰੇ ਖਿਆਲ ਹੈ ਕਿ ਐਮਬੈਸੀ ਨੂੰ ਇਹ ਵੀਜ਼ਾ ਉਸ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਿਆ, ਉਹਨਾਂ ਨੇ ਉੱਥੋਂ ਉਹ ਡਾਕੂਮੈਂਟ ਨੂੰ ਫੜ ਲਿਆ ਕਿ ਵੀ ਇਹ ਤੇ ਨਕਲੀ ਹੈ ਕਰਕੇ ਹੁਣ 5 ਇਅਰਸ ਦਾ ਬੈਨ ਕਰਤਾ। ਤੇ ਅਗਲੇ ਦੀ ਸੌਰੀ ਇਟ ਵਾਸ ਅ ਸਟੂਡੈਂਟ ਵੀਜ਼ਾ, ਤੇ ਸਟੂਡੈਂਟ ਵੀਜ਼ਾ ਐਪਲੀਕੈਂਟ ਦੀ ਜਿਹੜੇ ਕਰੀਬ ਹੈ $23,000 ਉਸ ਯੂਨੀਵਰਸਿਟੀ ਨੂੰ ਫਸ ਗਏ ਕਿਉਂਕਿ ਪੈਸੇ ਚਲੇ ਗਏ, ਟਿਊਸ਼ਨ ਪ੍ਰੀਪੇ ਹੋ ਗਈ ਔਰ GIC ਵੀ ਚਲੀ ਗਈ। ਹੁਣ GIC ਨੂੰ ਰਿਫੰਡ ਕਰਦੇ ਹੀ ਉਹਨੇ ਮੈਨੂੰ ਕਿਹਾ ਕਰੀ ਮੇਰੇ 30,000 ਰੁਪਏ ਉਧਰ ਮਾਰੇ ਗਏ ਕਿਉਂਕਿ ਕਰੰਸੀ ਡਿਫਰੈਂਸ ਹੋ ਗਿਆ, $150 GIC ਦਾ ਕੱਟ ਲਿਆ, ਉਧਰ ਪੈਸੇ ਉਹਨਾਂ ਨੇ ਉਹ ਖਾ ਲਏ। ਤੇ ਹੁਣ ਜਿਹੜੇ ਪੈਸੇ ਫਸ ਗਏ ਯੂਨੀਵਰਸਿਟੀ ਦਾ ਕੋਈ ਕਲੌਜ਼ ਉਹਨੇ ਮੈਨੂੰ ਦੱਸਿਆ, ਮੈਨੂੰ ਦਿਖਾਇਆ ਨਹੀਂ, ਆਈ ਹੈਵ ਨਾਟ ਸੀਨ ਇਟ ਯੈਟ, ਕਿ ਅਗਰ ਜੇ ਤੁਹਾਡੀ ਐਪਲੀਕੇਸ਼ਨ ਮਿਸਰੈਪ੍ਰੈਜ਼ੈਂਟੇਸ਼ਨ ਜਾਂ ਡਾਕੂਮੈਂਟ ਫਰਾਡ ਤੇ ਮਾਰੀ ਗਈ ਤੇ ਪੈਸੇ ਤੁਹਾਡੇ ਗਏ। ਉਹ ਵੀ ਨੁਕਸਾਨ ਹੋ ਗਿਆ। ਮੈਂ ਸੋਚਦਾ ਕਿ ਧੰਦਾ ਹੀ ਬਹੁਤ ਅੱਛਾ ਹੈ ਯੂਨੀਵਰਸਿਟੀ ਦਾ। ਦੇਖੋ ਅਗਰ ਯੂਨੀਵਰਸਿਟੀ, ਮੈਂ ਕਿਸੇ ਦਾ ਨਾਮ ਨਹੀਂ ਲਿਆਂਗਾ ਯੂਨੀਵਰਸਿਟੀ ਦਾ, ਕਿ ਭਈ ਅਗਰ ਯੂਨੀਵਰਸਿਟੀ ਕੋਲ ਅਗਰ ਫੋਰ ਐਗਜ਼ਾਮਪਲ ਅਗਰ ਸਾਲ ਦੇ 1000 ਐਪਲੀਕੇਸ਼ਨ ਵੀ ਹੈ, 1000 ਐਪਲੀਕੇਸ਼ਨ ਪੰਜਾਬ ਦੀ ਹੈ, ਉਹਦੇ ਵਿੱਚ ਮੰਨ ਕੇ ਚੱਲੋ 10-15 ਤੇ ਹੋਣਗੇ ਮਿਸਰੈਪ ਵਾਲੇ ਹੋਣਗੇ ਜੀ, 100% ਹੋਣਗੇ। ਤੁਸੀਂ ਮਲਟੀਪਲਾਈ ਕਰ ਲਓ $23,000 into 10 ਤੇ $2 ਲੱਖ ਤੇ ਇੱਧਰ ਹੀ ਫਰੀ ਦੇ ਪੈਸੇ ਹੋ ਗਏ। ਹਾਂਜੀ। ਐਂਡ ਕਿਤੇ ਨਾ ਕਿਤੇ ਸਰ ਅਗਰ ਇਹ ਵੀਜ਼ਾ ਵਿੱਚ ਵੀ ਕਲੀਅਰ ਹੋ ਜਾਂਦੇ ਨੇ ਤੇ ਜਦ ਬਾਈ ਦਾ ਟਾਈਮ ਦੇ ਆਰ ਗੋਇੰਗ ਟੂ ਅਪਲਾਈ PR, ਉਦੋਂ ਜਿਹੜਾ ਯੂਨੀਵਰਸਿਟੀ ਨੂੰ ਨਹੀਂ ਪਤਾ ਹੋਏਗਾ ਕਿ ਦੇਖੋ ਅਸੀਂ ਇੱਕ ਇੰਟੈਂਸ਼ਨਲੀ ਫੇਕ ਯੂਨੀਵਰਸਿਟੀ ਦੀ ਐਪਲੀਕੇਸ਼ਨ ਲਗਾ ਰਹੇ ਹਾਂ, they might be hand in glove with us, ਸਾਨੂੰ ਕਲੀਅਰ ਵੀ ਕਰ ਦੇਣ ਵੀ ਐਨੀ ਇਨਕੁਆਇਰੀ ਔਰ ਐਨੀਥਿੰਗ ਵਿਲ ਬੀ ਕਲੀਅਰਡ ਆਲਸੋ, ਨੋ ਪ੍ਰੋਬਲਮ। ਬਟ ਜਦੋਂ ਅਸੀਂ ਇੱਥੇ ਨਹੀਂ ਆ, ਯੂਨੀਵਰਸਿਟੀ ਜਿਹੜੀ ਹੈ ਡਿਊਰਿੰਗ PR they might not be knowing ਕਿ ਸਾਨੂੰ ਕੋਈ PR ਦੀ ਕੋਈ ਵੈਰੀਫਿਕੇਸ਼ਨ ਸਰਟੀਫਿਕੇਟ ਵੈਰੀਫਿਕੇਸ਼ਨ ਆਣਾ ਹੈ ਜਾਂ ਨਹੀਂ ਆਣਾ, that time ਉੱਥੇ ਫਿਰ ਉਹ ਫਸ ਜਾਏਗਾ ਸਟੂਡੈਂਟ। ਇਸ ਕਰਕੇ ਸਰ ਗਲਤ ਕੰਮ ਗਲਤ ਹੀ ਰਹੇਗਾ, ਅੱਜ ਨਹੀਂ ਤਾਂ ਕੱਲ ਫਸ ਹੀ ਜਾਏਗਾ। ਐਂਡ ਐਟ that time ਬਹੁਤ ਕੁਝ ਲੂਜ਼ ਕਰ ਜਾਏਗਾ ਬੱਚਾ ਆਪਣਾ, 3-4 ਸਾਲ ਕੈਨੇਡਾ ਦੇ ਔਰ ਆਪਣਾ ਫਿਊਚਰ ਸਾਰਾ ਕੁਝ ਹੈ ਨਾ। ਹੋਰ ਵੀ ਇਸ ਤਰ੍ਹਾਂ ਦੇ ਕੇਸ ਹੀ ਐਕਚੁਅਲੀ ਸਟੂਡੈਂਟ ਇੱਥੋਂ ਮਤਲਬ ਹਰਿਆਣਾ ਦੀ ਸਟੂਡੈਂਟ ਹੈ, ਉਹਨੇ ਪੈਸੇ ਦਿੱਤੇ ਏਜੰਟ ਨੂੰ, ਨਾਮ ਨਹੀਂ ਲੈਣਾ ਕਿਸੇ ਦਾ, ਤੇ ਉਹਨਾਂ ਨੇ ਅੱਗੇ ਆਪਣੇ ਬਜਾਏ ਕਿ ਮਤਲਬ ਕਿ ਸਟੂਡੈਂਟ ਨੂੰ ਕਹਿਣਾ ਕਿ ਡਾਇਰੈਕਟਲੀ ਉਹ ਫੀਸ ਜਮ੍ਹਾਂ ਕਰੇ, ਆਪਣੇ ਅਕਾਊਂਟ ਤੋਂ ਫੀਸ ਜਮ੍ਹਾਂ ਕਰਾਈ, ਜਿਹੜੀ ਆਪਣੀ 1 ਸਾਲ ਦੀ ਟਿਊਸ਼ਨ ਫੀਸ ਹੈ। ਫਿਰ ਉਹ ਮਤਲਬ ਕਿ ਹੁਣ ਅਗਰ ਸਟੂਡੈਂਟ ਦਾ ਦਿਮਾਗ ਚੇਂਜ ਹੋ ਗਿਆ, ਉਹਨੂੰ ਕਹਿਣਗੇ ਮੈਂ ਨਹੀਂ ਜਾਣਾ, ਫॉर सम ਰੀਜ਼ਨ ਉਹਨੂੰ ਕਹਿਣ ਮੈਂ ਜਾਣਾ ਨਹੀਂ ਹੈ, ਹੁਣ ਏਜੰਟ ਪੈਸੇ ਵਾਪਸ ਨਹੀਂ ਕਰ ਰਿਹਾ। ਚਲੋ ਸਰ ਇਹ ਤਾਂ ਸਰ RBI ਵੱਲੋਂ ਇੱਕ ਅੱਛਾ ਰੂਲ ਰੈਗੂਲੇਸ਼ਨ ਨਿਕਾਲ ਦਿੱਤਾ ਗਿਆ ਹੈ ਵੀ ਏਜੰਟ ਕੈਨੋਟ ਡਿਪੋਜ਼ਿਟ ਦਾ ਫੀ। ਇਹ ਚਲੋ ਦਿਸ ਮਾਈਟ ਬੀ ਦਾ 올ਡਰ ਵਨ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਹੋ, ਹੁਣ ਤੋਂ ਇੱਕ ਏਜੰਟ ਜਿਹੜਾ ਫੀਸ ਆਪ ਨਹੀਂ ਪੇ ਕਰ ਸਕੇਗਾ, ਸਟੂਡੈਂਟ ਖੁਦ ਆਪਣੇ ਅਕਾਊਂਟ ਦੇ ਵਿੱਚੋਂ ਹੀ ਪੇ ਕਰੇਗਾ ਜਾਂ ਉਹਦੇ ਮਦਰ ਫਾਦਰ ਪੇ ਕਰ ਸਕਦੇ ਨੇ। ਵੈਸੇ ਅਸੀਂ ਤਾਂ ਸਭ ਨੂੰ ਇਹੀ ਗਾਈਡ ਕਰਦੇ ਹਾਂ ਵੀ ਸਟੂਡੈਂਟ GIC ਵੀ ਆਪਣੇ ਅਕਾਊਂਟ ਤੋਂ ਕਰੇ ਔਰ ਫੀਸ ਵੀ ਜਿਹੜੀ ਪੇ ਕਰਨੀ ਹੈ ਉਹ ਆਪਣੇ ਅਕਾਊਂਟ ਤੋਂ ਹੀ ਪੇ ਕਰੇ, ਇਨਸਟੈਡ ਆਫ ਗੋਇੰਗ ਫॉर ਸਮ ਏਜੰਟਸ ਅਕਾਊਂਟ ਔਰ ਸਮਥਿੰਗ ਲਾਈਕ ਦੈਟ। ਉਹ ਫਿਸ਼ੀ ਹੋ ਜਾਂਦਾ ਕੰਮ। ਨੋਬਡੀ ਨੋਜ਼ ਕਿ ਹਾਊ ਮਚ ਏਜੰਟ ਇਜ਼ ਪੇਇੰਗ ਫੀ ਟੂ ਦ ਕਾਲਜ ਜਾਂ ਯੂਨੀਵਰਸਿਟੀ, ਇੱਕ ਨੂੰ ਨਹੀਂ ਪਤਾ ਹੁੰਦਾ। ਤੇ ਜੇ ਟ੍ਰਾਂਸਪੇਰੈਂਸੀ ਦਾ ਮੈਟਰ ਹੋਣਾ ਚਾਹੀਦਾ ਤੇ ਉਹ ਬੱਚਾ ਆਪਣੇ ਅਕਾਊਂਟ ਤੋਂ ਹੀ ਪੇ ਕਰੇ। ਬਹੁਤ ਤਰ੍ਹਾਂ ਦੇ ਫਰਾਡ ਹੋ ਰਹੇ ਇਸ ਤਰ੍ਹਾਂ ਦੇ। ਬਾਕੀ ਚਲੋ ਕੋਈ ਗੱਲ ਨਹੀਂ, ਜੋ
ਜੋ ਕੁਝ ਹੋ ਰਿਹਾ ਸੋ ਹੋ ਰਿਹਾ, ਦੈਟਸ ਓਕੇ। ਸੋ ਅਗਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਜੋ ਸੁਣ ਰਿਹਾ ਇਸ ਵੀਡੀਓ ਨੂੰ ਤੇ ਉਹ ਜ਼ਰੂਰ ਅਗਰ ਜੇ ਮਿਲਣਾ ਹੈ ਤੁਹਾਡੀ ਆਪਣੀ ਕੋਈ ਅਗਰ ਸਮੱਸਿਆ ਇਸ ਤਰ੍ਹਾਂ ਦੀ ਕੋਈ ਹੈ, ਪਰੇਸ਼ਾਨੀ ਹੈ ਜਿਹਨੂੰ ਆਪਾਂ ਸੋਲਵ ਕਰ ਸਕਦੇ ਹਾਂ ਤੇ ਜ਼ਰੂਰ ਆ ਕੇ ਤੁਸੀਂ ਦਰਸ਼ਨ ਦਿਓ, ਲੁਧਿਆਣਾ ਆ ਜਾਓ, ਇੱਧਰ ਆਪਾਂ ਮਿਲਾਂਗੇ ਇੱਥੇ ਜਿਹੜੇ ਆਪਣੇ ਈਦਰ ਮੇਬੀ ਇਨ ਹਯਾਤ ਰੀਜੈਂਸੀ ਔਰ ਪਾਰਕ ਪਲਾਜ਼ਾ ਇੱਥੇ ਫਿਰੋਜ਼ਪੁਰ ਰੋਡ ਤੇ, ਜਾਂ ਮੇਬੀ ਨਿਰਵਾਣਾ ਰਿਟਰੀਟ। तो ਇੱਥੇ ਆ ਕੇ ਤੁਸੀਂ ਕਾਲ ਕਰ ਲੈਣਾ, then we will come and discuss ਜੋ ਵੀ ਕੁਝ problem। One I have one last question sir, ਇੱਕ ਜਿਹੜਾ ਵੱਡਾ question ਇਸ allowed to leave Canada ਵਾਲੀ work permit ਵਾਲੀ application ਦੇ ਵਿੱਚ ਇਹ ਉੱਠਦਾ ਹੈ ਕਿ ਉਹਨਾਂ ਦੇ ਵੀਜ਼ਾ ਜਿਹੜਾ ਹੈ, the visa is valid till 2026 because just it is valid till the passport expiry। ਕੀ ਇਹ ਵੀਜ਼ਾ ਜਿਹੜਾ ਹੈ valid ਰਹੇਗਾ 2026 ਤੱਕ? That's a good question। ਇਹਦਾ ਮੈਂ ਜਵਾਬ I'm glad ਕਿ ਤੁਸੀਂ ਇਸ ਚੀਜ਼ ਨੂੰ ਰੇਜ਼ ਕਰ ਲਿਆ। ਸੋ ਉਹ ਫਿਰ ਜਦ ਉਹਨਾਂ ਦਾ ਵਰਕ ਪਰਮਿਟ ਕੈਂਸਲ ਹੋ ਗਿਆ, ਪੋਰਟ ਆਫ ਐਂਟਰੀ ਵਾਲਾ ਸਕਸੈਸਫੁਲ ਨਹੀਂ ਹੋਇਆ ਤੇ ਉਹਨਾਂ ਨੂੰ ਫੋਰਸਫੁਲੀ ਡਿਪਾਰਚਰ ਆਰਡਰ ਹੁੰਦਾ ਹੈ। ਦਿਸ ਇਜ਼ ਡਿਪਾਰਚਰ ਆਰਡਰ, ਦੈਟ ਮੀਨਸ ਕਿ ਵਿਦਿਨ 30 days he has to leave voluntarily। ਉਹ ਮੁੜ ਕੇ ਆ ਗਿਆ, ਠੀਕ ਹੈ। The departure order was not issued। No, I will correct you। he was not issued a departure order within 30 days ਉਹਦਾ ਉਹਨੂੰ ਇਸ਼ੂ ਨਹੀਂ ਕੀਤਾ ਗਿਆ ਸੀ। ਨਹੀਂ ਚਲੋ ਇਟਸ ਓਕੇ, I understand ਕਿ ਨਹੀਂ ਇਸ਼ੂ ਹੈ, ਲੇਕਿਨ ਮੰਨ ਕੇ ਚਲੋ ਕਿ ਮਤਲਬ ਉਹਨਾਂ ਨੂੰ ਇਹ ਹੁੰਦਾ ਕਿ ਵੀ ਤੁਸੀਂ ਆਪਣਾ ਯੂ ਆਰ ਨਾਟ ਰਿਕੁਆਇਰਡ ਦਿਸ ਕੰਟਰੀ, ਯੂ ਲੀਵ। ਦੈਟਸ ਵਾਟ ਆਈ ਵਾਸ ਰੈਫਰਿੰਗ ਟੂ, ਕਿ ਤੁਸੀਂ ਆਪਣੀ ਮਰਜ਼ੀ ਨਾਲ ਲੀਵ ਕਰ ਜਾਓ। Your visitor term is over and you are allowed to leave। ਹਾਂਜੀ। ਸੋ ਚੱਕਰ ਇਹ ਹੈ ਕਿ ਵੀ ਉਹਨਾਂ ਦੇ ਜੋ ਫਾਈਲ ਹੈ ਨਾ, ਜੋ ਉਹਨਾਂ ਦੀ ਜੋ ਕਲਾਇੰਟ ਆਈਡੀ ਦੇ ਹੇਠਾਂ ਉਹਨਾਂ ਨੇ ਉਹਦੇ ਵਿੱਚ ਪਾਤਾ ਉਹਨਾਂ ਨੋਟਸ ਕਿ ਵੀ ਇਹ ਬੰਦਾ ਫਰੋਡੀਆ ਹੈ, ਇਹ ਇਸ ਤਰ੍ਹਾਂ ਕਰਦੇ ਫੜਿਆ ਗਿਆ ਤੇ ਇਹਨੂੰ ਵਾਪਸ ਹੋ ਗਿਆ, ਇਹਨੂੰ ਆਪਾਂ ਰਿਫਿਊਜ਼ ਕਰਤਾ ਤੇ ਇਹਨੂੰ ਮਤਲਬ ਕਿ ਫਲਾਨੀ ਡੇਟ ਨੂੰ ਇਹ ਆਊਟ ਹੋ ਗਿਆ। ਉਹ ਸਾਰੇ ਨੋਟਸ ਅੰਦਰ ਐਂਟਰ ਹੋ ਚੁੱਕੇ ਹੈ, ਅੰਦਰ ਮਤਲਬ ਕਿ ਤੁਹਾਡੀ ਫਾਈਲ ਵਿੱਚ ਐਂਟਰ ਹੋ ਗਿਆ। ਉਸ ਨੋਟਸ ਨੂੰ ਕੋਈ ਮੇਟ ਨਹੀਂ ਸਕਦਾ। that is the problem। ਕਿਉਂਕਿ even though the visa is valid till 2026, ਅਗਰ ਹੁਣ 6 ਮਹੀਨੇ ਮਗਰੋਂ ਫਿਰ ਉਹ ਟਿਕਟ ਲੇਕਰ ਅਗਰ ਫਿਰ ਜਾਏ ਕਿ ਜੀ ਮੈਂ ਤੇ ਸ਼ਾਪਿੰਗ ਕਰਨ ਜਾਣਾ ਫਲਾਣਾ, ਇਹ ਤੇ ਹੁਣ ਅਗਰ ਫਲਾਈ ਤੇ ਕਰ ਲੇਗਾ ਇੱਥੋਂ, ਕਿਉਂਕਿ ਦਿੱਲੀ ਤੋਂ ਚੜੇਗਾ ਤਾਂ ਵੀਜ਼ਾ ਸਟਿਲ ਵੈਲਿਡ, ਨੋ ਪ੍ਰੋਬਲਮ ਐਟ ਆਲ। ਪਰ ਜਦੋਂ 에ਅਰਪੋਰਟ ਤੇ ਪਹੁੰਚੇਗਾ, 에ਅਰਪੋਰਟ ਤੇ ਫਿਰ ਉਹਨਾਂ ਨੂੰ ਘੇਰ ਲਿਆ ਜਾਏਗਾ ਕਿ ਹਾਂ ਵੀ ਦੱਸ ਵੀ ਕੀ ਕਰਨਾ ਆਇਆ ਤੂੰ। And there's no guarantee that he will be allowed entry inside the airport because he will be interviewed into secondary again ਕਿ ਵੀ ਤੇਰਾ ਪਹਿਲਾਂ ਇਹ ਸੀ, ਅੱਜ ਕੀ ਹੈ। ਸੋ ਹੁਣ ਇੱਕ ਤੁਹਾਡੇ ਇੱਕ ਕੈਰੈਕਟਰ ਤੇ ਪਰਸਨੈਲਿਟੀ ਇੱਕ ਸਵਾਲੀਆ ਚਿੰਨ੍ਹ ਲੱਗਿਆ ਕਿ ਵੀ ਤੁਹਾਡੇ ਜਿਹੜੇ ਇੰਟੈਂਸ਼ਨ ਹੈ, ਤੁਸੀਂ ਵਿਜ਼ਟਰ ਵੀਜ਼ਾ ਤੇ ਲੈ ਕਰ ਆਏ ਹੋ, ਲੇਕਿਨ I don't think you are a visitor because last time you played this game। Okay। तो ਹੁਣ ਇਹ ਪ੍ਰੋਬਲਮ ਹੋਏਗੀ। ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਗਾਰੰਟੀ ਉਹਨੂੰ ਰਿਫਿਊਜ਼ ਹੋ ਸਕਦਾ ਹੈ, ਪਰ ਇਹ he must be mentally ready to face this secondary inspection and interview at the airport one more time। ਕੁਝ ਵੀ ਹੋ ਸਕਦਾ ਹੈ, he may be turned back also। But he may be turned back or he may be entered। जो भी उन्होंने अगर if he is going to have a solid reason, he might be like entering also, right? ਪਰ ਉਹ solid reason ਤੁਸੀਂ ਮੈਨੂੰ satisfy ਕਰ ਨਹੀਂ ਸਕੋਗੇ ਨਾ। ਦੇਖੋ solid reason ਕਿਸ ਤਰ੍ਹਾਂ, let us give an example of one or two solid reasons। ਪਿਛਲੀ ਵਾਰ ਤੁਸੀਂ ਵਿਜ਼ਟਰ ਵੀਜ਼ਾ ਆਏ ਥੇ ਕਿ ਮਤਲਬ ਕਿ ਕਿਸੇ ਨੂੰ ਮਿਲਣਾ ਹੈ, ਸ਼ਾਪਿੰਗ ਕਰਨਾ ਹੈ, ਕਿਸੇ ਦਾ ਬਰਥਡੇ, ਜੋ ਵੀ ਕੁਝ ਹੈ ਉਹ ਸਾਰਾ ਹੋ ਗਿਆ। ਉਹਦੇ ਬਾਅਦ ਤੁਸੀਂ ਐਕਸਟੈਂਡ ਕਰਕੇ ਇਹ ਸਭ ਗੇਮ ਖੇਲਿਆ। ਹੁਣ ਇਸ ਵਾਰ ਦੁਬਾਰਾ ਆਏ ਹੋ, ਆਫਟਰ 6 months ਆਏ ਹੋ। what is your solid reason of coming here? Are you coming here for signing a business deal? Are you coming here to attend somebody's marriage? Are you coming here to to take a job interview or to meet the Prime Minister of Canada? What is the solid reason? You better explain and satisfy me. What is the solid reason that you will come? I will give you a stay for 1 month and then you will return। देखो ना, ये सारा ਹੁਣ ਸਮਝਾना मतलब कि 10 times more difficult हो जाएगा। right। हाँ। अगले ਨੂੰ satisfy करना बहुत मुश्किल हो जाएगा कि what is up, because I am not going to believe you this time। So the ਇਹ ਹੈ ਚੱਕਰ। ਹਾਂ ਬਈ ਤੁਸੀਂ ਅਗਰ ਇੱਥੇ ਅੱਛਾ ਕਮਾਉਂਦੇ ਹੋ ਤਾਂ do not dream about Canada। ਘੁੰਮਣ ਫਿਰਨ ਲਈ ਗਲਤ ਕੰਮ ਕਰਕੇ ਨਾ ਪੈਸੇ ਕਮਾਏ ਦਾ ਸੁੱਖ ਹੋਣਾ, ਗਲਤ ਕੰਮ ਕਰਕੇ ਨਾ ਇਮੀਗ੍ਰੇਸ਼ਨ ਲੈਣ ਦਾ ਸੁੱਖ ਆਏਗਾ। ਗਲਤ ਕੰਮ ਕਰਕੇ ਜੋ ਵੀ ਕੁਝ ਕੰਮ ਕਰ ਲਓ ਤੇ at the end of the day it will not be fruitful। ਮੇਰੀ ਤੇ ਸਲਾਹ ਐਡਵਾਈਸ ਉਹਨੂੰ ਇਹ ਹੈ ਕਿ ਭਾਈ ਹੁਣ ਕੈਨੇਡਾ ਜਾਣ ਦੀ ਲੋੜ ਨਹੀਂ, ਤੂੰ ਕੈਨੇਡਾ ਦਾ ਪਾਣੀ ਚੱਕ ਲਿਆ, ਹੁਣ ਬਾਏ ਬਾਏ ਕਰ ਕੈਨੇਡਾ ਨੂੰ। ਹਾਂ,
ਅਗਰ ਇਸ ਵੀਜ਼ਾ ਦਾ ਲਾਹਾ ਲੇਕਰ ਅਗਰ that is not even ਕਿ unless you are not even satisfied now, ਇਸ ਵੀਜ਼ਾ ਦਾ ਲਾਹਾ ਲੇਕਰ ਤੁਸੀਂ ਕਿਸੇ ਹੋਰ ਕੋਈ ਅਮਰੀਕਾ ਦਾ ਵੀਜ਼ਾ ਲਗਵਾ ਲਓ, ਮਤਲਬ ਕਿ ਇਸ ਇਹਨੂੰ ਫਾਇਦਾ ਲੈ ਕੇ ਲਗਵਾ ਲਓ, ਤਾਂ ਇੱਕ that is a bonus that you can get, ਮਤਲਬ ਕਿ ਹੁਣ ਜਿਹੜੇ ਚੋਰ ਜਿਹੜਾ ਭੱਜ ਰਿਹਾ ਉਹਦੀ ਲੰਗੋਟੀ ਨੂੰ ਖਿੱਚ ਲਓ, ਬਸ ਇਹ ਵੀਜ਼ਾ ਮਿਲ ਜਾਏਗਾ US ਦਾ ਜਾਂ ਕਿਸੇ ਉਧਰ ਜਰਮਨੀ ਦਾ, ਇੰਗਲੈਂਡ ਦਾ ਕਿਤੇ ਮਿਲ ਜਾਏ, that is okay, ਕਿਉਂਕਿ ਉਹ ਦੇਖਣਗੇ ਵੀ ਵੈਲਿਡ ਵੀਜ਼ਾ ਲੱਗਿਆ ਹੈ, so it is very possible that they will they can give you that advantage, ਪਰ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਵੀ ਤੁਸੀਂ ਇੱਕ ਵਾਰ ਕੈਨੇਡਾ ਤੋਂ ਮੁੜ ਕੇ ਆ ਚੁੱਕੇ ਹੋ। ਹਾਂ ਜੀ, ਜੀ ਟਰੂ ਹਾਂ। ਤੋ ਬਾਕੀ ਹੁਣ ਜਾਣ ਦੀ ਲੋੜ ਹੀ ਕੀ, ਕਰਨਾ ਕੀ ਹੈ, ਚੁੱਪ ਕਰਕੇ ਅਗਰ ਜੀ 18-20 ਲੱਖ ਰੁਪਏ ਕਮਾ ਰਿਹਾ ਸਾਲ ਦਾ, ਇਹ ਤੇ ਤੁਸੀਂ ਰਿਲੈਕਸ ਕਰ ਰਹੇ ਹੋ। there's I can almost guarantee anybody, ਭਾਵੇਂ ਕੋਈ ਵੀ ਇਨਸਾਨ ਹੋ, 18-20 ਲੱਖ ਰੁਪਏ ਜੋ ਕਮਾ ਰਿਹਾ, I cannot imagine ਕਿ what his expenses are or something, ਮਤਲਬ ਕਿ ਇੰਨੀ ਕਮਾਈ ਉਹ ਡਰਾਈਵਰ ਦੀ ਜੌਬ ਜੋ ਵੀ ਕਰ ਰਿਹਾ ਸੀ, ਇਹ ਕਮਾਈ ਕਰ ਹੀ ਨਹੀਂ ਸਕਦਾ, ਕਿਉਂਕਿ ਉੱਥੇ ਖਰਚਾ ਬਹੁਤ ਹੋਣਾ ਸੀ। ਉੱਥੇ ਤੇ ਮੇਰੇ ਖਿਆਲ ਹੈ ਕਿ ਮਿਨੀਮਮ $2,000-3,000 ਦਾ ਖਰਚਾ ਹੈ, ਰੋਟੀ ਖਾਣ ਦਾ, ਰਹਿਣ ਦਾ, ਅਗਰ ਜੇ ਕਾਰ ਕੂਰ ਲੋਗੇ, ਬੱਸ ਤੇ ਜਾਓਗੇ, ਕੁਝ ਕਰੋਗੇ, ਜੋ ਵੀ ਕੁਝ ਹੈ, ਇੰਨੀ ਕਮਾਈ ਕਰਨਾ ਪੋਸੀਬਲ ਹੀ ਨਹੀਂ ਸੀ। ਤੇ ਚੁੱਪ ਕਰਕੇ ਉਹਨੂੰ ਕਹੋ ਕਿ ਬਈ ਇਹ ਵਾਹਿਗੁਰੂ ਦਾ ਭਾਣਾ ਵਰਤ ਗਿਆ ਕਿ ਮੇਰਾ ਵਧੀਆ, ਮੈਂ ਵਾਪਸ ਆ ਗਿਆ, ਤੇ ਜੋ ਕੁਝ ਹੋਇਆ ਸੋ ਆਪਣੇ ਇੱਕ ਗਲਤ ਸੁਪਨ ਬਣ ਕੇ ਨਾ ਭੁੱਲ ਜਾ ਉਹਨੂੰ, ਜੋ ਹੋ ਗਿਆ ਹੁਣ ਅੱਗੇ ਦੀ ਸੋਚੋ। ਟਰੂ ਸਰ, ਹਾਂ ਠੀਕ ਹੈ। ਓਕੇ ਜੀ, ਥੈਂਕ ਯੂ ਵੈਰੀ ਮਚ। ਤੇ ਫਿਰ ਮਿਲਦੇ ਆ ਫਿਰ ਕੋਈ ਹੋਰ ਕੋਈ ਕੇਸ ਦੇ ਬਾਰੇ ਡਿਸਕਸ। ਠੀਕ ਹੈ ਜੀ, ਰਾਈਟ ਸਰ, ਰਾਈਟ।